सतगुर की जिसनो मत आवे, सो सतगुर माहे समाना। एह बाणी जो जियों जाने, तिस अंतर रवै हर नामा। सतगुर की बाणी सत स्वरूप है, गुर बाणी बनिया। सतगुर की रीसै होर कच पिच बोल दे, से कूड़ियार कूड़े चर परियै। सतगुर की बाणी सत स्वरूप है, गुर बाणी बनिया। सतगुर की रीसै होर कच पिच बोल दे, से कूड़ियार कूड़े झड़ परियै। परम सत्कारयोग जुगो जुग अटल चवर छतर तखत दे मालक, दसां पातशाहियां दी जोत, रब्बी ज्ञान दे सागर, सर्ब सांझी वालता दे मुजस्मे साहिब सतगुरु श्री गुरु ग्रंथ साहिब पातशाह जी दी पावन हजूरी अंदर सुभाएमान बहुत ही वडभागी गुरसिख सतसंगी जनों, सतगुरां दी अपार मेहरामन दे सदका पोथी परमेश्वर का थान, साध संग गावै गुण गोबिंद, पूर्ण ब्रह्म ज्ञान दे महावाक अनुसार साहिब सतगुरु श्री गुरु ग्रंथ साहिब पातशाह जी दे पहले प्रकाश पुरब नूं बड़ी ही शरधा भावना सहित मनाउंदियां आप सारियां संगतां अमृत वेले तो जुड़ के सतगुरां दे दर्शन दीदारे करके, सतगुरु जी दा उपदेश सरवण करके मनुखा जीवन दे ये पल सफले बना रहे हो। दास तो पहला अति सत्कारयोग भाई साहब भाई गगनदीप सिंह जी, हजूरी रागी जथा सचखंड श्री हरमंदर साहब, उन्हां पासों आप जी ने धुर की बाणी दे अमृतमयी रस भिन्ने कीर्तन सरवण कीते हन। सरबत संगतां नूं सतगुरु जी दे पहले प्रकाश पुरब दीआं बहुत बहुत वधाइयां। आओ कुछ समां गुर इतिहासक गुरमत विचारां नाल जुड़न वास्ते मन बिरतियां नूं करिए एकागर। गुरु फतेह दी सारे सांझ पावो, प्यार सहित आखो जी वाहिगुरु जी का खालसा, वाहिगुरु जी की फतेह। गुरबाणी साडे जीवन का आधार है, क्योंकि सतगुरु जी ने आप स्पष्ट किया है, मैं गुरबाणी आधार है, गुरबाणी लाग रहाऊं। बाणी का अखरी अर्थ भावें बोली है, जो कुछ असीं बोलते हाँ, जो कुछ सुनते हाँ, जो कुछ लिखिया जाता है, उन्होंने बाणी कहा जाता है।
ਆਮ ਇਹ ਪ੍ਰਚਲਿਤ ਵੀ ਸੀ ਕਿ ਜਿੱਥੇ ਚਾਰ ਖਾਣੀਆਂ ਨੇ ਉੱਥੇ ਚਾਰ ਬਾਣੀਆਂ ਵੀ ਹਨ, ਪਰ ਸਤਿਗੁਰੂ ਜੀ ਨੇ ਵਿਆਪਕ ਤੌਰ ਤੇ ਕੀਤੀਆਂ ਖਾਣੀ ਕੀਤੀਆਂ ਬਾਣੀ ਕਹਿ ਕੇ ਮਾਲਕ ਦੀ ਜੋ ਬੇਅੰਤਾਈ ਹੈ ਉਸ ਨੂੰ ਪ੍ਰਗਟ ਕੀਤਾ ਹੈ। ਪਰ ਜਦੋਂ ਅਸੀਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਬਾਰੇ ਪੜ੍ਹਦੇ ਹਾਂ, ਇਹ ਕੇਵਲ ਬਾਣੀ ਨਹੀਂ ਸਗੋਂ ਇਹ ਖਸਮ ਕੀ ਬਾਣੀ, ਧੁਰ ਕੀ ਬਾਣੀ, ਬਾਣੀਆਂ ਸਿਰ ਬਾਣੀ ਔਰ ਸੱਚੀ ਬਾਣੀ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਸਾਹਿਬ ਭਾਈ ਲਾਲੋ ਜੀ ਨੂੰ ਸੰਬੋਧਨ ਕਰਦਿਆਂ ਸਪਸ਼ਟ ਕੀਤਾ ਸੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਤੁਸੀਂ ਗੁਰੂ ਕੇ ਕੀਰਤਨੀਆਂ ਪਾਸੋਂ ਸੁਣ ਰਹੇ ਸੀ, ਪ੍ਰਭ ਜੀਓ ਖਸਮਾਨਾ ਕਰ ਪਿਆਰੇ। ਖਸਮ ਦਾ ਅਰਥ ਹੁੰਦਾ ਹੈ ਮਾਲਕ, ਪਤੀ। ਤੇ ਪ੍ਰਭੂ ਅੱਗੇ ਅਰਦਾਸ ਸਤਿਗੁਰਾਂ ਕੀਤੀ ਹੈ, ਹੇ ਮਾਲਕ ਤੂੰ ਸਾਡਾ ਖਸਮ ਹੈ, ਸਾਡੇ ਸਿਰ ਦਾ ਸਾਈਂ ਹੈ, ਤੇ ਸਾਡੀ ਰੱਖਿਆ ਕਰਨ ਲਈ ਤੁਸੀਂ ਹਮੇਸ਼ਾ ਆਪਣਾ ਖਸਮ ਪੁਣਾ, ਆਪਣਾ ਪੁਰਸ਼ ਪੁਣਾ, ਆਪਣਾ ਜੋ ਪੁਰਸ਼ਾਰਥ ਹੈ ਉਹ ਨਿਭਾਉਂਦੇ ਹੋ। ਜਿਵੇਂ ਦੁਨਿਆਵੀ ਤੌਰ ਤੇ ਕੋਈ ਪਿਤਾ ਹੋ ਕੇ ਪਿਤਾ ਵਾਲਾ ਫਰਜ਼ ਭੁੱਲ ਜਾਵੇ ਤੇ ਬੱਚੇ ਉਹਨੂੰ ਚੇਤਾ ਕਰਾਉਂਦੇ ਨੇ ਵੀ ਤੁਸੀਂ ਪਿਤਾ ਵਾਲਾ ਫਰਜ਼ ਨਿਭਾਓ, ਕੋਈ ਪਤੀ ਵਾਲਾ ਫਰਜ਼ ਨਾ ਨਿਭਾਵੇ ਤੇ ਉਹਨੂੰ ਚੇਤਾ ਕਰਾਇਆ ਜਾਂਦਾ ਹੈ ਕਿ ਤੂੰ ਆਪਣੀ ਜ਼ਿੰਮੇਵਾਰੀ ਨਿਭਾ, ਕੋਈ ਮਾਂ ਵਾਲਾ ਫਰਜ਼ ਨਾ ਨਿਭਾਵੇ ਤੇ ਉਹਨੂੰ ਚੇਤੇ ਕਰਾਇਆ ਜਾਂਦਾ ਹੈ ਵੀ ਮਾਂ ਦੇ ਵਿੱਚ ਮਮਤਾ ਹੁੰਦੀ ਹੈ, ਮਾਂ ਦੇ ਵਿੱਚ ਵਧੀਕੀ ਸਹਾਰ ਕੇ ਵੀ ਖਿਮਾ ਕਰਨ ਵਾਲੇ ਗੁਣ ਹੁੰਦੇ ਨੇ। ਇਸ ਤਰ੍ਹਾਂ ਉਹ ਸਾਡਾ ਮਾਲਕ ਹੈ ਤੇ ਉਹਦਾ ਇਹ ਪੁਰਸ਼ਾਰਥ ਹੈ ਕਿ ਉਹ ਸਾਡੇ ਗੁਣਾ ਅਵਗੁਣਾ ਨੂੰ ਨਹੀਂ ਵਿਚਾਰਦਾ, ਉਹ ਹਮੇਸ਼ਾ ਆਪਣਾ ਖਸਮ ਪੁਣਾ, ਆਪਣਾ ਪੁਰਸ਼ ਪੁਣਾ ਨਿਭਾਉਂਦਾ ਹੈ। ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਮਾਲਕ ਹੋ ਕੇ ਮਾਲਕ ਪੁਣਾ ਨਿਭਾਉਂਦਾ ਹੈ ਤੇ ਉਸ ਮਾਲਕ ਦੀ ਇਹ ਬਾਣੀ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਮੇ ਲਾਲੋ। ਸਾਹਿਬ ਜੀ ਨੇ ਸਪਸ਼ਟ ਕੀਤਾ ਸੀ, ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਪਰਮੇਸ਼ਰ ਕੈ ਦੁਆਰੇ ਜੇ ਹੋਏ ਬਤੀਤੈ, ਸੋ ਨਾਨਕ ਆਖ ਸੁਣਾਵੇ। ਜੋ ਮਾਲਕ ਦੇ ਦਰ ਤੇ ਹੁੰਦਾ ਹੈ ਉਹ ਸਤਿਗੁਰੂ ਜੀ ਨੇ, ਪ੍ਰਭੂ ਭਗਤਾਂ ਨੇ, ਭੱਟ ਸਾਹਿਬਾਨ ਨੇ ਜਾਂ ਗੁਰ ਸਿੱਖਾਂ ਦੀ ਰਸਨਾ ਤੋਂ ਜਿਹੜੀ ਬਾਣੀ ਉਚਾਰਨ ਹੋਈ ਹੈ ਉਹ ਧੁਰ ਕੀ ਬਾਣੀ ਹੈ। ਉਸ ਮਾਲਕ ਦੇ ਬੋਲ ਨੇ ਜੋ ਪ੍ਰਭੂ ਨੇ ਉਪਦੇਸ਼ ਬਖਸ਼ਿਸ਼ ਕੀਤਾ, ਸਮੇਂ ਸਮੇਂ ਉਹਨਾਂ ਮਹਾਂਪੁਰਖਾਂ ਨੇ ਉਹ ਉਪਦੇਸ਼ ਸੰਸਾਰ ਨੂੰ ਵੰਡਿਆ। ਇਹੀ ਕਾਰਨ ਕਿ ਅੱਜ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇਤਿਹਾਸ ਪੜਾਂਗੇ ਤੇ 3 ਪੜਾਅ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ। ਸ਼ਬਦ ਗੁਰੂ ਦੇ, ਗੁਰੂ ਕੀ ਬਾਣੀ ਦੇ ਜਿਹੜੇ 3 ਪੜਾਅ ਨੇ, ਪਹਿਲਾ ਪੜਾਅ ਹੈ 1469 ਤੋਂ ਲੈ ਕੇ 1604 ਤੱਕ, 135 ਸਾਲ ਦਾ ਸਮਾਂ ਲਾ ਕੇ ਰਾਮਸਰ ਸਾਹਿਬ ਦੇ ਸਥਾਨ ਤੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾਇਆ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਸਮੇਤ 5 ਗੁਰੂ ਸਾਹਿਬਾਨ, 15 ਭਗਤ ਸਾਹਿਬਾਨ, 11 ਭੱਟ ਸਾਹਿਬਾਨ ਤੇ 3 ਗੁਰਸਿੱਖਾਂ ਦੀ ਬਾਣੀ ਨੂੰ ਅੰਕਿਤ ਕਰਵਾਇਆ ਸੀ। ਦੂਸਰਾ ਪੜਾਅ ਹੈ ਤਕਰੀਬਨ 102 ਸਾਲ ਹੋਰ ਲਾਏ ਗਏ। 1706 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁਕਾਮ ਤੇ
ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਨੂੰ ਲਿਖਾਰੀ ਲਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਅੰਕਿਤ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਸੀ। ਫਿਰ ਤਕਰੀਬਨ 2 ਸਾਲ ਬਾਅਦ 1708 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਸਾਨੂੰ ਹੁਕਮ ਕੀਤਾ ਸੀ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਭ ਦਾ ਮਤਲਬ ਵੀ ਸਾਰੇ ਗੁਰਸਿੱਖਾਂ ਨੇ, ਇਹ ਨਹੀਂ ਵੀ ਕੁਝ ਨੂੰ ਉਪਦੇਸ਼ ਹੈ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਤੇ ਬਾਕੀਆਂ ਨੂੰ ਉਪਦੇਸ਼ ਹੈ ਵੀ ਤੁਸੀਂ ਜਿੰਨੂੰ ਮਰਜ਼ੀ ਗੁਰੂ ਮੰਨੀ ਚੱਲੋ। ਸਭ ਸਿੱਖਣ ਕੋ ਹੁਕਮ ਹੈ। ਹੁਕਮ ਤੇ ਉਪਦੇਸ਼ ਇਹਦੇ ਵਿੱਚ ਕਿੰਨਾ ਕੁ ਅੰਤਰ ਹੈ। ਉਪਦੇਸ਼ ਜਿਹੜਾ ਹੁੰਦਾ ਉਹ ਸਾਰਿਆਂ ਲਈ ਸਾਂਝਾ ਹੈ, ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਜਨਮ ਮਰਨ ਰਹੰਤ ਸਰੋਤਾ, ਨਿਰਸੰਦੇਹ ਜਿਹੜੇ ਬਾਣੀ ਦੇ ਸਰੋਤੇ ਨੇ ਉਹ ਜੀਵਨ ਮੁਕਤ ਹੋਣਗੇ। ਉਹਨਾਂ ਦਾ ਜਨਮ ਮਰਨ ਕੱਟਿਆ ਜਾਵੇਗਾ। ਉਹ ਜਿਸ ਖਸਮ ਦੀ ਬਾਣੀ ਹੈ ਉਹਨੂੰ ਗਾ ਗਾ ਕੇ, ਉਹਨੂੰ ਸੁਣ ਸੁਣ ਕੇ ਉਸ ਮਾਲਕ ਦੇ ਵਿੱਚ ਅਭੇਦ ਹੋ ਜਾਣ। ਪਰ ਗੁਰਸਿੱਖਾਂ ਨੂੰ ਉਪਦੇਸ਼ ਦੇ ਨਾਲ ਨਾਲ ਹੁਕਮ ਵੀ ਹੈ। ਉਪਦੇਸ਼ ਜਿਹੜਾ ਮੰਨੇ ਉਹਦਾ ਵੀ ਭਲਾ, ਜਿੰਨੇ ਨਹੀਂ ਮੰਨਿਆ ਉਹਦਾ ਵੀ ਭਲਾ, ਪਰ ਹੁਕਮ ਜਿਹੜਾ ਉਹ ਮੰਨਣਾ ਹੀ ਪੈਂਦਾ। ਸਮੁੱਚੇ ਸੰਸਾਰ ਵਾਸਤੇ ਬਾਣੀ ਉਪਦੇਸ਼ ਹੈ, ਪਰ ਸਿੱਖਾਂ ਵਾਸਤੇ ਉਪਦੇਸ਼ ਦੇ ਨਾਲ ਨਾਲ ਹੁਕਮ ਹੈ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਉਹ ਸਿੱਖ ਹੈ। ਤੇ ਜੇ ਸਿੱਖਾਂ ਦੇ ਘਰ ਜਨਮ ਹੋ ਕੇ ਵੀ ਉਹ ਹੋਰ ਪਾਸੇ ਤੁਰਿਆ ਫਿਰਦਾ ਤੇ ਫਿਰ ਉਹ ਸਿੱਖ ਨਹੀਂ, ਕਿਉਂਕਿ ਇਹ ਹੁਕਮ ਸਾਰੇ ਸਿੱਖਾਂ ਤੇ ਲਾਗੂ ਹੁੰਦਾ ਹੈ। ਹੁਣ ਗਰੀਬ ਨਵਾਜ਼ ਜੀ ਨੇ ਜਦੋਂ ਧਰਤੀ ਦੀ ਪੁਕਾਰ ਨੂੰ ਸੁਣ ਕੇ ਜਗਤ ਗੁਰੂ ਨਾਨਕ ਸਾਹਿਬ ਜੀ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਏ, ਸਤਿਗੁਰੂ ਜੀ ਨੇ ਆਪਣੇ ਬਾਰੇ ਵੀ ਸਪਸ਼ਟ ਕੀਤਾ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਗੁਰਮਤਿ ਪ੍ਰਚਾਰ ਕਰਨ ਲਈ ਜਿੱਥੇ ਵੀ ਗਏ, ਚਾਹੇ ਸਤਿਗੁਰੂ ਜੀ ਦੇ ਸਾਹਮਣੇ ਸੱਜਣ ਵਰਗੇ ਠੱਗ ਆਏ, ਭੂਮੀਆਂ ਵਰਗੇ ਚੋਰ ਆਏ, ਨੂਰਸ਼ਾ ਵਰਗੀਆਂ ਜਾਦੂਗਰਨੀਆਂ ਆਈਆਂ, 9 ਖੰਡ ਪ੍ਰਿਥਵੀ ਦਾ ਭ੍ਰਮਣ ਕਰਕੇ ਜੇ ਔਜੜੇ ਤੇ ਕੁਰਾਏ ਪਏ ਲੋਕਾਂ ਨੂੰ ਸੱਚ ਦਾ ਮਾਰਗ ਦ੍ਰਿੜ ਕਰਵਾਇਆ ਗਿਆ, ਉਹ ਗੁਰੂ ਦੇ ਸ਼ਬਦ ਦੁਆਰਾ ਹੀ, ਗੁਰੂ ਕੀ ਬਾਣੀ ਨਾਲ ਜੋੜ ਕੇ ਹੀ ਸੱਚ ਦਾ ਮਾਰਗ ਜਿਹੜਾ ਸੀ ਸਤਿਗੁਰੂ ਜੀ ਦ੍ਰਿੜ ਕਰਾਉਂਦੇ ਸਨ। ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਆਪ ਬਾਣੀ ਉਚਾਰਨ ਕੀਤੀ ਔਰ ਜੀਵਨ ਦੇ ਹਰ ਖੇਤਰ ਵਿੱਚ, ਕਿਉਂਕਿ ਅੱਜ ਵੀ ਗੁਰੂ ਕੀ ਬਾਣੀ ਸਰਬਕਾਲੀ, ਸਰਬਦੇਸੀ ਤੇ ਸਰਬ ਵਿਆਪਕ ਹੈ। ਇੱਕੋ ਸਮੇਂ ਹਰ ਪ੍ਰਾਣੀ ਮਾਤਰ ਦੀ ਹਰ ਖੇਤਰ ਦੇ ਵਿੱਚ ਬਾਣੀ ਯੋਗ ਅਗਵਾਈ ਕਰਦੀ। ਵਰਤਾਂ ਦੇ ਦਿਨ ਆ ਜਾਣ, ਪੁੱਛੋ ਬਾਣੀ ਨੂੰ। ਬਾਣੀ ਕਵੇਗੀ ਵਰਤ ਨਹੀਂ ਰੱਖਣਾ, ਛੋਟੈ ਅੰਨ ਕਰੈ ਪਖੰਡ, ਨਾ ਸੁਹਾਗਣ ਨਾ ਉਰਣ। ਸ਼ਰਾਧਾਂ ਦੇ ਦਿਨ ਹੋਣ, ਪੁੱਛੋ ਬਾਣੀ ਨੂੰ। ਬਾਣੀ ਬੋਲ ਕੇ ਕਵੇਗੀ ਜਿਉਂਦੇ ਮਾਂ-ਬਾਪ ਦੀ ਸੇਵਾ ਕਰ ਲੋ। ਜੀਵਤ ਪਿੱਤਰ ਨਾ ਮਾਨੈ ਕੋ, ਮੂਏ ਸਰਾਧ ਕਰਾਈ। ਪਿੱਤਰ ਵੀ ਬਪਰੇ ਕਉ ਕਿਉ ਪਾਵੈ, ਕਊਆ ਕੂਕਰ ਖਾਹੀ। ਹਰ ਖੇਤਰ ਦੇ ਵਿੱਚ ਬਾਣੀ ਬੋਲ ਕੇ ਸਾਡੀ ਅਗਵਾਈ ਕਰਦੀ ਹੈ ਵੀ ਆਹ ਕਰਮ ਕਰਨੇ ਨੇ, ਆਹ ਕਰਮ ਨਹੀਂ ਕਰਨੇ। ਤੇ ਜਦੋਂ ਧੁਰ ਕੀ ਬਾਣੀ ਸਾਡੀ ਹਰ ਖੇਤਰ ਦੇ ਵਿੱਚ ਅਗਵਾਈ ਕਰਦੀ ਹੈ, ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਗੁਰੂ ਕੀ ਬਾਣੀ ਇੱਕ ਐਸੀ ਲੋਹ ਹੈ, ਐਸਾ ਚਾਨਣ ਹੈ ਕਿ ਜਿਹਦੇ ਚਾਨਣ ਵਿੱਚ ਤੁਰਿਆ ਅਸੀਂ ਠੇਡੇ ਲੱਗਣ ਤੋਂ ਬਚ ਸਕਦੇ, ਡਿੱਗਣ ਤੋਂ ਬਚ ਸਕਦੇ ਹਾਂ। ਬੱਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਰਤਨ ਪਦਾਰਥ ਲਾਧਾ। ਗਰੀਬ ਨਵਾਜ਼ ਨੇ ਕਿਰਪਾ ਕੀਤੀ, ਜਿੱਥੇ ਆਪ ਬਾਣੀ ਉਚਾਰਨ ਕਰਦੇ ਸਨ ਉੱਥੇ 15 ਭਗਤ ਸਾਹਿਬਾਨਾਂ ਦੇ ਸਥਾਨ ਤੇ ਗੁਰੂ ਨਾਨਕ ਸਾਹਿਬ ਜੀ ਖੁਦ ਗਏ।
ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਜਦੋਂ ਤੁਸੀਂ ਤਰਤੀਬ ਪੜੋਗੇ ਤੇ ਮੌਜੂਦਾ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਉਹਦਾ ਇਤਿਹਾਸ ਸਭ ਤੋਂ ਪਹਿਲੇ ਬਾਣੀਕਾਰ ਹੋਏ ਨੇ 1173 ਦੇ ਵਿੱਚ ਭਗਤ ਜੈਦੇਵ ਜੀ, ਬੰਗਾਲ ਦੇ ਰਹਿਣ ਵਾਲੇ, ਜਿਨ੍ਹਾਂ ਨੇ ਮਾਲਕ ਨਾਲ ਜੁੜ ਕੇ ਹੋਕਾ ਦਿੱਤਾ, ਪਰਮਾਦ ਪੁਰਖ ਮਨੋ ਪਿਮਨ ਸਤ ਆਦ ਭਾਵ ਰਤਨ। ਉਹਨਾਂ ਤੋਂ ਬਾਅਦ 1175 ਵਿੱਚ ਲਹਿੰਦੇ ਪੰਜਾਬ ਪਾਕਿਸਤਾਨ ਦੀ ਧਰਤੀ ਤੇ ਬਾਬਾ ਫਰੀਦ ਜੀ ਦਾ ਆਗਮਨ ਹੋਇਆ, ਜਿਨ੍ਹਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੀ। ਏਡਾ ਪੱਕਾ ਨਮਾਜੀ ਤੇ ਉਹਨਾਂ ਦੇ ਬੋਲ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਨੇ, ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਬਹੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਅੱਜ ਬਾਹਰ ਕਿਤੇ ਵਰਖਾ ਹੋ ਰਹੀ ਹੋਵੇ ਤੇ ਹਿੰਦਵੀ ਸੰਸਕ੍ਰਿਤੀ ਵਿੱਚ ਲੋਕ ਕਹਿੰਦੇ ਨੇ ਇੰਦਰ ਵਰਸਦਾ, ਪਰ ਕੇਵਲ ਭਾਰਤ ਦੇ ਰਹਿਣ ਵਾਲੇ ਲੋਕ ਇਹੀ ਰੱਟ ਲਾਉਂਦੇ ਨੇ ਵੀ ਇੰਦਰ ਵਰਸਦਾ, ਪਰ ਗੁਰੂ ਗ੍ਰੰਥ ਸਾਹਿਬ ਜੀ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਨੇ, ਅੱਲਾ ਵਰਸੈ ਮੇਹੂ, ਅੱਲਾ ਵਰਸ ਰਿਹਾ। ਇਵੇਂ ਵੀ ਕਿਹਾ ਕਰੋ, ਜਦੋਂ ਕਿਤੇ ਵਰਖਾ ਹੋ ਰਹੀ ਹੋਵੇ ਤੇ ਕਿਹਾ ਕਰੋ ਬਾਹਰ ਅੱਲਾ ਕਿਰਪਾ ਕਰ ਰਿਹਾ, ਅੱਲਾ ਵਰਸ ਰਿਹਾ। ਪਰ ਆਪਾਂ ਕੇਵਲ ਇੱਕੋ ਹੀ ਰੱਟ ਲਾਇਆ ਹੁੰਦਾ ਵੀ ਇੰਦਰ ਵਰਸ ਰਿਹਾ। ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਜਿਹੜਾ ਹੈ ਉਹ ਬਲਹਾਰ ਜਾਂਦਾ ਹੈ, ਬਲਹਾਰੀ ਜਾਉ ਜੇਤੇ ਤੇਰੇ ਨਾਮ। ਉਹਨੂੰ ਰਾਮ ਕਹਿਣ ਵਿੱਚ ਵੀ ਕੋਈ ਝਿਜਕ ਨਹੀਂ ਤੇ ਉਹਨੂੰ ਅੱਲਾ ਕਹਿਣ ਦੇ ਵਿੱਚ ਵੀ ਬੜੀ ਖੁਸ਼ੀ ਹੁੰਦੀ ਹੈ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅਲਾਏ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ 15 ਭਗਤ ਸਾਹਿਬਾਨਾਂ ਦੇ ਸਥਾਨ ਤੇ ਗਏ ਤੇ ਉਹਨਾਂ ਸਥਾਨਾਂ ਤੇ ਅੱਗੇ ਜਿਹੜੇ ਉਹਨਾਂ ਦੇ ਪੈਰੋਕਾਰ ਸੀ ਉਹਨਾਂ ਨੂੰ ਮਿਲ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ 15 ਭਗਤਾਂ ਦੀ ਬਾਣੀ ਨੂੰ ਇਕੱਤਰ ਕੀਤਾ। ਹੁਣ ਭਗਤ ਤਾਂ ਸੰਸਾਰ ਵਿੱਚ ਹੋਰ ਵੀ ਸਨ, ਪਰ ਉਹਨਾਂ ਭਗਤਾਂ ਦੀ ਜਿਨ੍ਹਾਂ ਨੇ ਕਰਮ ਕਾਂਡਾਂ ਦਾ ਖੰਡਨ ਕੀਤਾ, ਜਿਨ੍ਹਾਂ ਨੇ ਪਖੰਡਵਾਦ ਤੋਂ ਉੱਪਰ ਉੱਠ ਕੇ ਕੇਵਲ ਇੱਕ ਪਰਮੇਸ਼ਰ ਦੇ ਨਾਮ ਨੂੰ ਜਪਣ ਦੀ ਪ੍ਰੇਰਣਾ ਕੀਤੀ, ਜਿਨ੍ਹਾਂ ਨੇ ਖੇਤੀ ਕਰਦਿਆਂ, ਜਿਨ੍ਹਾਂ ਨੇ ਕੱਪੜਾ ਬੁਣਦਿਆਂ, ਜਿਨ੍ਹਾਂ ਨੇ ਜੋੜੇ ਗੰਢਦਿਆਂ, ਜਿਨ੍ਹਾਂ ਨੇ ਕਿਰਤ ਕਰਦਿਆਂ ਕਰਤੇ ਨੂੰ ਪਾਇਆ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਸੇ ਉਸ ਵੇਲੜ ਦੀ ਸਿੱਖਿਆ ਨਹੀਂ ਜਿਨੇ ਕਿਰਤ ਨਾ ਕੀਤੀ ਹੋਵੇ ਤੇ ਕੇਵਲ ਕਰਤੇ ਨੂੰ ਜਪਿਆ ਹੋਵੇ। ਇੱਥੇ ਉਹਨਾਂ ਦੇ ਬੋਲ ਅੰਕਿਤ ਕੀਤੇ ਗਏ ਨੇ ਜਿਨ੍ਹਾਂ ਦੀ ਜ਼ਿੰਦਗੀ ਦਾ ਆਧਾਰ ਸੱਚ ਸੀ। ਭਗਤ ਭਗਤ ਸੁਣੀਐ ਤੇ ਲੋਏ, ਜਾਂਕੈ ਹਿਰਦੈ ਏਕੋ ਹੋਏ, ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੈ ਸਤ ਮੁਖ ਕਹਿ। ਬਾਬਾ ਫਰੀਦ ਜੀ ਨੇ ਸਪਸ਼ਟ ਕਰ ਦਿੱਤਾ, ਮਤ ਹੁੰਦੀ ਹੋਏ ਇਆਣਾ, ਤਾਣ ਹੁੰਦਾ ਹੋਏ ਨਤਾਣਾ, ਅਣ ਹੁੰਦਾ ਆਪ ਵੰਡਾਏ, ਕੋ ਐਸਾ ਭਗਤ ਸਦਾਈ। ਜਦੋਂ 15 ਭਗਤਾਂ ਦੀ ਬਾਣੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਕੱਤਰ ਕੀਤਾ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ, ਜਿੱਥੇ ਆਪਣੇ ਅੰਤਲੇ ਸਮੇਂ ਖੇਤੀ ਕਰਵਾਈ, ਉੱਥੇ ਧਰਮਸ਼ਾਲਾ ਰਚ ਕੇ ਗੁਰਸਿੱਖਾਂ ਨੂੰ ਗੁਰਬਾਣੀ ਪਾਠ ਕੀਰਤਨ ਅਤੇ ਕਥਾ ਵਿਚਾਰਾਂ ਨਾਲ ਜੋੜਿਆ। ਭਾਈ ਗੁਰਦਾਸ ਜੀ ਦੇ ਬਚਨ ਨੇ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ, ਸੋਦਰ ਆਰਤੀ ਗਾਵੀਐ, ਅੰਮ੍ਰਿਤ ਵੇਲਾ ਜਾਪ ਉਚਾਰਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ 1539 ਦੇ ਵਿੱਚ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਰੂਪ ਵਿੱਚ ਬਖਸ਼ਿਸ਼ਾਂ ਕਰਕੇ ਜਦੋਂ ਨਿਵਾਜਿਆ, ਤੇ ਸਭ ਤੋਂ ਵੱਡੀ ਬਖਸ਼ਿਸ਼ ਗੁਰੂ ਅੰਗਦ ਦੇਵ ਜੀ ਦੀ ਝੋਲੀ ਵਿੱਚ ਬਾਣੀ ਦਾ ਖਜ਼ਾਨਾ ਪਾਇਆ ਗਿਆ। ਪੁਰਾਤਨ ਜਨਮ ਸਾਖੀ ਵਿੱਚ ਜ਼ਿਕਰ ਆਉਂਦਾ ਹੈ, ਤਿਤ ਮਹਿਲ ਸ਼ਬਦ ਜੋ ਹੋਆ, ਸੋ ਪੋਥੀ ਜ਼ੁਬਾਨ ਗੁਰ ਅੰਗਦ ਜੋਗ ਮਿਲੀ।
ਗੁਰੂ ਅੰਗਦ ਦੇਵ ਮਹਾਰਾਜ ਜੀ ਤੇ ਬਖਸ਼ਿਸ਼ਾਂ ਕਰਦਿਆਂ ਇਹ ਬਚਨ ਕਹੇ ਸਨ, ਪੁਰਖਾ ਸਭ ਤੋਂ ਵੱਡੀ ਜ਼ਿੰਮੇਵਾਰੀ ਗੁਰਬਾਣੀ ਦਾ ਪ੍ਰਚਾਰ ਤੇ ਗੁਰਬਾਣੀ ਦੀ ਸੰਭਾਲ ਹੈ। ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਜਦੋਂ ਇਹ ਬਖਸ਼ਿਸ਼ਾਂ ਲੈ ਕੇ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਦੀ ਧਰਤੀ ਤੇ ਆਏ, ਤੇ ਵੇਖੋ ਖਡੂਰ ਸਾਹਿਬ ਘੁੱਗ ਵਸਦਾ ਸ਼ਹਿਰ ਸੀ, ਪਰ ਬਾਬਾ ਸੱਤਾ ਤੇ ਬਾਬਾ ਬਲਵੰਡ ਜੀ ਦੇ ਹਿਰਦੇ ਵਿੱਚੋਂ ਆਵਾਜ਼ ਆਉਂਦੀ ਹੈ, ਨਹੀਂ ਇਹ ਤਾਂ ਵਸਦਿਆਂ ਵਿੱਚ ਹੁਣ ਆਇਆ ਹੈ, ਕਿਉਂਕਿ ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੈ ਜੋਤ ਜਗਾਈ। ਜਿਹੜੀ ਗੁਰੂ ਗਿਆਨ ਦੀ ਜੋਤ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਭਾਈ ਲਹਿਣਾ ਜੀ ਨੂੰ, ਉਹ ਸ਼ਬਦ ਦਾ, ਉਹ ਗਿਆਨ ਦਾ ਦੀਪਕ ਜਗਾਉਣ ਲਈ ਜਦੋਂ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚੇ, ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ। ਜਪ ਤਪ ਸੰਜਮ ਨਾਲ ਤੁਧ ਹੋਰ ਮੁਝ ਗਰੂਰ, ਲੱਭ ਬਣਾਹੇ ਮਾਨਸਾਂ ਜਿਉ ਪਾਣੀ ਬੂਰ। ਵਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ, ਨੌ ਨਿਧ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ। ਜਿਤ ਸੋ ਹਾਥ ਨ ਲੱਭਈ ਤੂੰ ਓਠ ਰੂਰ। ਕਹਿਣ ਲੱਗੇ ਨੇੜਾ ਦਿਸੈ ਮਾਤ ਲੋਕ ਤੁਝ ਸੁਝੈ ਦੂਰ, ਨਿੰਦਾ ਤੇਰੀ ਜੋ ਕਰੈ ਸੋ ਵੰਝੈ ਚੂਰ। ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਭਗਤ ਸਾਹਿਬਾਨ ਦੀ ਬਾਣੀ, ਸਮੁੱਚੀ ਬਾਣੀ ਦਾ ਜਦੋਂ ਅਧਿਐਨ ਕੀਤਾ ਤੇ ਆਪ ਵੀ 63 ਸ਼ਲੋਕ ਉਹਨਾਂ ਨੇ ਉਚਾਰਨ ਕੀਤੇ। ਉਹਨਾਂ 63 ਸ਼ਲੋਕਾਂ ਦੇ ਵਿੱਚ ਜਿੱਥੇ ਸਾਨੂੰ ਸਤਿਗੁਰੂ ਜੀ ਨੇ ਜੀਵਨ ਮੁਕਤ ਹੋਣ ਦੀ ਪ੍ਰੇਰਣਾ ਕੀਤੀ ਹੈ, ਜੀਵਤ ਮਰਨਾ ਕਿਵੇਂ ਹੈ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ। ਅੱਖੀਂ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਵਿਣ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ ਕਿਉਂ ਜੀਵਤ ਮਰਨਾ। ਨਾਨਕ ਹੁਕਮ ਪਛਾਣ ਕੈ ਤਉ ਖਸਮੈ ਮਿਲਣਾ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬਾਣੀ ਵਿੱਚੋਂ ਗੁਰੂ ਦੇ ਦਰਸ਼ਨਾਂ ਦੀ ਅੰਦਰ ਜਿਹੜੀ ਤਲਬ ਹੈ, ਅੰਦਰ ਜਿਹੜਾ ਵਿਛੋੜੇ ਦਾ ਸਾਲ ਤੇ ਪ੍ਰਭੂ ਤੇ ਸਤਿਗੁਰੂ ਦੇ ਮਿਲਾਪ ਦੀ ਜਿਹੜੀ ਤਾਂਘ ਹੈ, ਉਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ 63 ਸ਼ਲੋਕਾਂ ਵਿੱਚੋਂ ਸਾਨੂੰ ਪ੍ਰਾਪਤ ਹੁੰਦੀ ਹੈ। ਕਿਸ ਹੀ ਕੋਈ ਕੋਏ ਮੰਝ ਨਿਮਾਣੀ, ਇੱਕ ਤੂੰ ਕਿਉਂ ਨਾ ਮਰੀਜੈ ਰੋਏ, ਜਾਂ ਲਗ ਚਿਤ ਨ ਆਵਈ। ਜਿਸ ਪਿਆਰੇ ਸਿਉ ਨੇ ਤਿਸ ਅੱਗੇ ਮਰ ਚਲੀਐ, ਧਿਰੇਕ ਜੀਵਨ ਸੰਸਾਰ ਤਾਂਕੈ ਪਾਸ਼ੈ ਜੀਵਣਾ। ਆਸਾ ਦੀ ਵਾਰ ਜਦੋਂ ਗੁਰੂ ਕੇ ਕੀਰਤਨੀਏ ਸੰਪੂਰਨਤਾ ਕਰਦੇ ਨੇ, ਤੇ ਉੱਥੇ ਵੀ ਅਸੀਂ ਗੁਰੂ ਅੰਗਦ ਦੇਵ ਜੀ ਦੇ ਬਚਨ ਸ਼ਰਵਣ ਕਰਦੇ ਹਾਂ। ਏਕ ਨੇਹੀ ਆਸ਼ਕੀ ਦੂਜਾ ਲੱਗਿਆ ਜਾਏ। ਗੁਰੂ ਅੰਗਦ ਦੇਵ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਕਿ ਤੇਰੀ ਗੁਰੂ ਨਾਲ ਕਾਹਦੀ ਪ੍ਰੀਤ ਹੈ, ਵੀ ਤੂੰ ਸਤਿਗੁਰੂ ਦੇ ਕੋਲ ਵੀ ਆਉਣਾ ਤੇ ਹੋਰ ਥਾਵਾਂ ਤੇ ਵੀ ਭਟਕੀ ਜਾਣਾ, ਇਹ ਤੇਰੀ ਗੁਰੂ ਨਾਲ ਸੱਚੀ ਪ੍ਰੀਤ ਨਹੀਂ ਹੈ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਗਿਆਨ ਦੀ ਜੋਤ ਜਗਾ ਰਹੇ ਸਨ, ਜਦੋਂ ਗੁਰੂ ਕੀ ਬਾਣੀ ਦੀ ਲੋਹ ਵਾਲਾ ਜਿਹੜਾ ਗਿਆਨ ਰੂਪੀ ਚਾਨਣ ਵੰਡ ਰਹੇ ਸਨ, ਉਹਨਾਂ ਦਿਨਾਂ ਦੇ ਵਿੱਚ ਇੱਕ ਸਿੱਧ ਮੰਡਲੀ ਜੋ ਮੈਦਾਨੀ ਇਲਾਕੇ ਵਿੱਚ ਵਿਚਰ ਰਹੀ ਸੀ, ਉਹਨਾਂ ਨੇ ਸੋਚਿਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਵੱਡੇ ਵੱਡੇ ਸਿੱਧ, ਵੱਡੇ ਵੱਡੇ ਵਲੀ, ਇੱਥੇ ਤੱਕ ਕਿ ਗੜ ਬਗਦਾਦ, ਸ਼ਮੇਰ ਪਰਬਤ ਤੇ ਰਹਿਣ ਵਾਲੇ ਜੋਗੀ, ਸਮੁੱਚੀ ਮਾਨਵਤਾ ਗੁਰੂ ਨਾਨਕ ਸਾਹਿਬ ਦੇ ਅੱਗੇ ਝੁਕੀ ਹੈ। ਕੋਈ ਸਿੱਧ ਸਿੱਧੀ, ਕੋਈ ਕਰਾਮਾਤ, ਕੋਈ ਵਲੀ ਸ਼ਲੀ ਗੁਰੂ ਨਾਨਕ ਸਾਹਿਬ ਦੇ ਅੱਗੇ ਖੜੋ ਨਹੀਂ ਸਕਿਆ। ਗੜ ਬਗਦਾਦ ਨਵਾਏ ਕੈ, ਮੱਕਾ ਮਦੀਨਾ ਸਭੇ ਨਵਾਇਆ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਸਿੱਧ ਵੀ ਕਦੇ ਕਿਸੇ ਦੇ ਅੱਗੇ ਨਿਮਦੇ ਨਹੀਂ ਸਨ, ਪਰ ਜਦੋਂ ਸਤਿਗੁਰੂ ਜੀ ਨੇ ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਿਰਾਲਾ। ਸਤਿਗੁਰੂ ਜੀ ਨੇ ਸ਼ਬਦ ਦੇ ਦੁਆਰਾ ਸਿੱਧ ਮੰਡਲੀ ਤੇ ਜਿੱਤ ਪ੍ਰਾਪਤ ਕਰਕੇ ਆਪਣੇ ਪੰਥ ਨੂੰ ਨਿਰਾਲਾ ਰੱਖਿਆ। ਉਹਨਾਂ ਵਿੱਚ ਗਏ ਜ਼ਰੂਰ, ਉਹਨਾਂ ਨਾਲ ਪ੍ਰਸ਼ਨ ਉੱਤਰ ਜ਼ਰੂਰ ਸਾਂਝੇ ਹੋਏ,
ਉਹਨਾਂ ਨੇ ਡਰਾਵੇ ਵੀ ਦਿੱਤੇ, ਲੋਭ ਵੀ ਦਿੱਤਾ, ਕਈ ਤਰ੍ਹਾਂ ਦੀਆਂ ਕਰਾਮਾਤਾਂ ਵੀ ਵਿਖਾਈਆਂ, ਪਰ ਸਤਿਗੁਰੂ ਜੀ ਨੇ ਉਹ ਪ੍ਰਭਾਵ ਨਹੀਂ ਕਬੂਲਿਆ। ਜਿਵੇਂ ਅੱਜ ਵੀ ਗੁਰੂ ਕਾ ਸਿੱਖ ਜਿੱਥੇ ਵੀ ਜਾਂਦਾ ਹੈ, ਆਪਣਾ ਨਿਆਰਾਪਨ ਜਿਹੜਾ ਉਹਦੇ ਵਾਸਤੇ ਰੱਖਣਾ ਬੜਾ ਜ਼ਰੂਰੀ ਹੈ। ਜਦੋਂ ਸਿੱਧਾਂ ਨੇ ਅਨੇਕਾਂ ਪ੍ਰਸ਼ਨ ਕੀਤੇ, ਸਤਿਗੁਰਾਂ ਉੱਤਰ ਦੇ ਕੇ ਕਰਤਾਰਥ ਕੀਤਾ, ਤੇ ਸਿੱਧਾਂ ਨੇ ਵੀ ਫਿਰ ਕੰਨਾਂ ਨੂੰ ਹੱਥ ਲਾ ਕੇ ਤੋਬਾ ਕੀਤੀ ਸੀ। ਗੋਸ਼ਟ ਕਰ ਕਰ ਕੰਨ ਫੜਾਏ, ਸਿੱਧ ਬੋਲਣ ਸ਼ੁਭ ਬਚਨ, ਧਨ ਨਾਨਕ ਤੇਰੀ ਵੱਡੀ ਕਮਾਈ। ਉਹਨਾਂ ਨੇ ਵੇਖਿਆ ਵੀ ਅਸੀਂ ਸਾਰੇ ਗੁਰੂ ਨਾਨਕ ਸਾਹਿਬ ਅੱਗੇ ਝੁਕੇ ਆ, ਸਮੁੱਚੀ ਕਾਇਨਾਤ ਝੁਕੀ ਹੈ, ਪਰ ਅਸੀਂ ਇਹ ਸੁਣਿਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਿਆ, ਪਰਿਕਰਮਾ ਕੀਤੀਆਂ ਨੇ, ਆਪ ਚੇਲਾ ਬਣ ਗਏ, ਗੁਰੂ ਅੰਗਦ ਦੇਵ ਜੀ ਨੂੰ ਗੁਰੂ ਬਣਾ ਦਿੱਤਾ। ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀ ਵੰਦੈ। ਸਤਿਗੁਰੂ ਜੀ ਨੇ ਆਪਣੀ ਸਰੀਰਕ ਸਲਾਮਤੀ ਵਿੱਚ ਆਪਣੇ ਚੇਲੇ ਅੱਗੇ ਰਹਿਰਾਸ ਕੀਤੀ, ਬੇਨਤੀ ਕੀਤੀ, ਸਿਰ ਨਵਾਇਆ, ਪਰਿਕਰਮਾ ਕੀਤੀਆਂ, ਗੁਰੂ ਮੰਨ ਲਿਆ। ਜੋਗੀਆਂ ਦੇ ਮਨ ਵਿੱਚ ਆਇਆ ਵੀ ਚਲੋ ਵੇਖਦੇ ਹਾਂ ਵੀ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਸਾਹਿਬ ਦਾ ਹੀ ਰੂਪ ਨੇ, ਉਹਨਾਂ ਨੂੰ ਜਾ ਕੇ ਪ੍ਰਸ਼ਨ ਕਰਦੇ। ਤੇ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਉਹਨਾਂ ਜੋਗੀਆਂ ਨੇ ਪ੍ਰਸ਼ਨ ਕੀਤਾ, ਕਹਿਣ ਲੱਗੇ ਵੀ ਸੰਸਾਰ ਦੇ ਵਿੱਚ ਰਹਿਬਰੀ ਪੁਰਸ਼, ਰਹਿਬਰੀ ਉਪਦੇਸ਼ ਤੇ ਬੜੇ ਬੜੇ ਧਾਰਮਿਕ ਗ੍ਰੰਥ ਮੌਜੂਦ ਸਨ। ਇਹ ਸਾਰਾ ਕੁਝ ਮੌਜੂਦ ਹੋਣ ਦੇ ਬਾਵਜੂਦ ਗੁਰੂ ਕੀ ਬਾਣੀ ਦੀ ਕੀ ਲੋੜ ਪੈ ਗਈ। ਅੱਜ ਆਪਾਂ ਗੁਰੂ ਕੀ ਬਾਣੀ ਦਾ ਪਹਿਲਾ ਪ੍ਰਕਾਸ਼ ਮਨਾ ਰਹੇ ਹਾਂ, ਤੇ ਯਤਨ ਕਰੀਏ ਕਿ ਇਤਿਹਾਸਕ ਪੱਖ ਜਿਹੜਾ ਉਹ ਨਾਲ ਲੈ ਕੇ ਤੁਰੀਏ। ਇਹ ਗੁਰੂ ਅੰਗਦ ਦੇਵ ਮਹਾਰਾਜ ਨੂੰ ਪ੍ਰਸ਼ਨ ਕੀਤਾ। ਗੁਰੂ ਅੰਗਦ ਦੇਵ ਜੀ ਨੂੰ ਜੋਗੀ ਪੁੱਛਣ ਲੱਗੇ ਵੀ ਧਾਰਮਿਕ ਗ੍ਰੰਥ, ਧਾਰਮਿਕ ਉਪਦੇਸ਼, ਧਾਰਮਿਕ ਸਥਾਨ ਤੇ ਧਰਮ ਦੇ ਉਪਦੇਸ਼ਕ ਪਹਿਲਾਂ ਵੀ ਸਨ, ਪਰ ਇਹ ਸਾਰਾ ਕੁਝ ਹੁੰਦਿਆਂ ਗੁਰੂ ਕੀ ਬਾਣੀ ਦੀ ਕੀ ਲੋੜ ਪਈ। ਤੇ ਉਦੋਂ ਮੇਰੇ ਗੁਰੂ ਅੰਗਦ ਦੇਵ ਮਹਾਰਾਜ ਨੇ ਜਿਹੜੇ 63 ਸ਼ਲੋਕ ਉਚਾਰਨ ਕੀਤੇ ਸਨ, ਉਹਨਾਂ ਵਿੱਚ ਇੱਕ ਸ਼ਲੋਕ ਇਹ ਵੀ ਉਚਾਰਨ ਕੀਤਾ ਸੀ, ਜਿਹਦੇ ਵਿੱਚ ਉਹਨਾਂ ਜੋਗੀਆਂ ਵੱਲੋਂ ਕੀਤੇ ਹੋਏ ਪ੍ਰਸ਼ਨ ਦਾ ਉੱਤਰ ਸੀ। ਸਾਹਿਬ ਨੇ ਬੜੇ ਪਿਆਰ ਸਹਿਤ ਉਹਨਾਂ ਨੂੰ ਕੋਲ ਬਿਠਾਇਆ, ਕਹਿਣ ਲੱਗੇ ਧਾਰਮਿਕ ਸਥਾਨ, ਧਾਰਮਿਕ ਰਹਿਬਰੀ ਪੁਰਸ਼, ਧਰਮ ਉਪਦੇਸ਼, ਉਹਦੇ ਮੁਤਾਬਕ ਗੱਲ ਕਰੀਏ। ਸਾਹਿਬ ਕਹਿਣ ਲੱਗੇ ਉਹਦੇ ਵਿੱਚ ਲਿਖਿਆ ਕੀ ਹੈ? ਉਹਦੇ ਵਿੱਚ ਲਿਖਿਆ ਇਹ ਹੈ ਕਿ ਕਰਮ ਕਾਂਡ ਕਿਹੜੇ ਨੇ ਤੇ ਕਰਮ ਕਾਂਡ ਕਰਨੇ ਕਿਵੇਂ ਨੇ। ਉਹਨਾਂ ਵਿੱਚ ਇਹ ਲਿਖਿਆ ਕਿ ਜਿਹੜਾ ਬੰਦਾ ਪਾਪ ਕਰਦਾ ਹੈ ਉਹ ਨਰਕਾਂ ਨੂੰ ਜਾਂਦਾ ਹੈ, ਜਿਹੜਾ ਪੁੰਨ ਕਰਦਾ ਹੈ ਉਹ ਸਵਰਗਾਂ ਨੂੰ ਜਾਂਦਾ ਹੈ। ਉਹਦੇ ਵਿੱਚ ਲਿਖਿਆ ਵੀ ਜੇ ਇਸ ਵਾਰ ਤੁਸੀਂ ਕਿਸੇ ਤੋਂ ਕੁਝ ਲਿਆ ਤੇ ਅਗਲੀ ਵਾਰ ਦੇਣਾ ਪੈਣਾ, ਇਸ ਵਾਰ ਕੁਝ ਦਿੱਤਾ ਤੇ ਅਗਲੀ ਵਾਰ ਲੈਣਾ ਪੈਣਾ। ਸਭ ਕਹਿੰਦੇ ਉਹਨਾਂ ਗ੍ਰੰਥਾਂ ਵਿੱਚ ਇਹ ਕੁਝ ਤੇ ਲਿਖਿਆ, ਪਰ ਉਹਨਾਂ ਵਿੱਚ ਇਹ ਨਹੀਂ ਲਿਖਿਆ ਕਿ ਤੁਸੀਂ ਜੀਵਨ ਸਫਲ ਕਿਵੇਂ ਕਰਨਾ, ਤੁਸੀਂ ਪਰਮਾਤਮਾ ਨੂੰ ਕਿਵੇਂ ਮਿਲਣਾ। ਤੇ ਜਦੋਂ ਉਹਨਾਂ ਵਿੱਚ ਤਤ ਦੀ ਗੱਲ ਨਹੀਂ ਹੈ, ਤੇ ਸਾਹਿਬ ਕਹਿਣ ਲੱਗੇ ਸਾਰੀ ਉਮਰ ਬੰਦਾ ਇਹੀ ਸੋਚਦਾ ਰਹਿੰਦਾ ਵੀ ਕਰਮ ਕਾਂਡ ਕੀ ਨੇ ਤੇ ਕਰਮ ਕਾਂਡ ਕਰਨੇ ਕਿਵੇਂ ਨੇ, ਪਰ ਤਤ ਦੀ ਪ੍ਰਾਪਤੀ ਨਹੀਂ ਹੁੰਦੀ। ਮੇਰੇ ਗੁਰੂ ਅੰਗਦ ਦੇਵ ਮਹਾਰਾਜ ਨੇ ਉਦੋਂ ਇਹ ਬਚਨ ਕਹੇ ਸਨ, ਸ਼ਲੋਕ ਮਹੱਲਾ ਦੂਜਾ, ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ, ਦੇ ਦੇ ਲੈਣਾ ਲੈ ਲੈ ਦੇਣਾ, ਨਰਕ ਸੁਰਗ ਅਵਤਾਰ। ਕਹਿੰਦੇ ਕਦੇ ਨਰਕਾਂ ਵਿੱਚ ਕਦੇ ਸਵਰਗਾਂ ਵਿੱਚ ਮੰਜ਼ਿਲ ਤੇ ਫਿਰ ਵੀ ਨਹੀਂ ਮਿਲੀ, ਕਿਉਂਕਿ ਸਵਰਗ ਸਾਡੀ ਮੰਜ਼ਿਲ ਨਹੀਂ ਹੈ। ਜਿਵੇਂ ਕਿਸੇ ਬੰਦੇ ਨੂੰ ਸਜਾ ਹੋਈ ਹੋਵੇ ਤੇ ਉਹ ਖੁਸ਼ੀ ਨਾਲ ਇਹ ਦੱਸ ਰਿਹਾ ਹੋਵੇ, ਵੇਖੋ ਜੀ ਲੋਕਾਂ ਨੂੰ ਤਾਂ ਲੋਹੇ ਦੀਆਂ ਹੱਥ ਘੜੀਆਂ, ਲੋਹੇ ਦੀਆਂ ਬੇੜੀਆਂ ਪਾ ਕੇ ਫਿਰ ਕੈਦਖਾਨੇ ਵਿੱਚ ਬੰਦ ਕੀਤਾ, ਤੇ ਉਹ ਆਪਣੇ ਬਾਰੇ ਦੱਸ ਰਿਹਾ ਹੋਵੇ, ਮੈਨੂੰ ਤਾਂ ਸੋਨੇ ਦੇ ਪਿੰਜਰੇ ਵਿੱਚ, ਮੈਨੂੰ ਤੇ ਸੋਨੇ ਦੀਆਂ ਹੱਥ ਘੜੀਆਂ, ਮੈਨੂੰ ਤੇ ਸੋਨੇ ਦੀਆਂ ਬੇੜੀਆਂ ਪਾ ਕੇ ਕੈਦ ਕੀਤਾ ਗਿਆ। ਹੁਣ ਬੰਧਨ ਭਾਵੇਂ ਲੋਹੇ ਦੇ ਹੋਣ ਤੇ ਬੰਧਨ ਭਾਵੇਂ ਸੋਨੇ ਦੇ ਹੋਣ, ਬੰਦਾ ਭਾਵੇਂ ਨਰਕਾਂ ਵਿੱਚ ਜਾਵੇ ਤੇ ਭਾਵੇਂ ਸਵਰਗਾਂ ਵਿੱਚ ਜਾਵੇ, ਇਹ ਦੋਵੇਂ ਪੜਾਅ ਨੇ। ਪਰ ਜਿਹੜੇ ਰੱਬ ਨੂੰ ਮਿਲਣਾ ਚਾਹੁੰਦੇ ਨੇ ਉਹ ਨਰਕ ਤੇ ਵੀ ਕਾਂਟਾ ਮਾਰਦੇ ਨੇ ਤੇ ਸਵਰਗਾਂ ਨੂੰ ਵੀ ਰੱਦ ਕਰ ਦਿੰਦੇ।
ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ, ਦੋਵੇਂ ਰੱਦ ਕਰ ਦਿੱਤੇ ਵੀ ਆਪਾਂ ਤੇ ਰੱਬ ਕੋਲ ਜਾਣਾ। ਇਸੇ ਕਰਕੇ ਜਿਹੜਾ ਪਰਮੇਸ਼ਰ ਵਿੱਚ ਭੇਦ ਹੋਣ ਵਾਲਾ ਹੈ ਉਹ ਸਵਰਗਵਾਸੀ ਨਹੀਂ ਹੁੰਦਾ, ਉਹ ਗੁਰਪੁਰਵਾਸੀ ਹੁੰਦਾ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਕਦੇ ਕਿਹਾ ਵੀ ਸਵਰਗ ਚੱਲਿਆ। ਸਵਰਗ ਇੱਕ ਪੜਾਅ ਹੈ, ਬਸ ਫਰਕ ਇੰਨਾ ਕਿ ਕਿਸੇ ਉਰਦੂ ਦੇ ਕਵੀ ਨੇ ਲਿਖਿਆ, ਬਾਗੇ ਫਿਰਦੌਸ मंजिल है ठहरने वालों की, जे रुकने वाले रुकते हम चलने वाले चलते हैं। नरक भी एक पड़ाव है तो स्वर्ग भी एक पड़ाव है, ये साडी मंजिल नहीं है। गुरु अंगद देव महाराज जी दे बचन जदों ना सुने कि कथा कहानी बेदी आनी पाप पुन विचार, दे दे लैना लै लै देना नरक सुरग अवतार। उन्हें पुछया फिर गुरु की बाणी की की विशेषता है, ते अगला बचन मेरे गुरु अंगद साहब जी ने कहा, कहन लगे अमृत बाणी तत वखाणी ज्ञान ध्यान विच आई। अमृत का मतलब की है, मृत कहंदे ने मौत नूं, ते ऐड़ा अगे लग गया मौत दा उल्ट जीवन। अमृत बाणी का मतलब कि यह बाणी सानू आत्मक जीवन दिंदी। पहला धर्म ग्रंथां विच परलोक की गल कीती, पर बाणी की की विशेषता है? बाणी परलोक तो पहला इस लोक की गल करदी है। ये लोक सुखीए परलोक सुहेले। नहीं तो लोकां ने परलोक सवारन वास्ते लोक विगाड़ लिया। घर छड्ड दिओ, किरत छड्ड दो, भज जो जंगलां नूं। बच्चे विलकदे रहन, माता पिता उडीकदे रहन, अगला पुठा लटक के कहंदा मैं ते परलोक सवारना। गुरु अंगद देव महाराज कहन लगे बाणी की विशेषता है उन्हां ग्रंथां नालों भी उत्थे केवल परलोक नूं सवारन की गल है, पर मेरे सतगुरु जी ने पहला इस लोक की गल कीती है। हालत पलत दोए लियो सवार, लोक ते परलोक नूं सवारन दा उपदेश है। अमृत बाणी, ये बाणी आत्मक जीवन दिंदी है। तत वखाणी, ये तत की व्याख्या करदी है कि तुहाडा तत, तुहाडा मूल परमेश्वर है, तुसी ओदे नाल जुड़ना है। ते जे तत की गल ही ना होवे ते फिर जिन्ने मर्जी धार्मिक ग्रंथ पढ़ लवो, सिमरत शास्त्र पुन पाप विचार दे तत्तै सार ना जानी, ओदे विच तत की गल ही नहीं। सब कहन लगे अमृत बाणी तत वखाणी ज्ञान ध्यान विच आई। एक तां ये आपा पड़चोल करन दा ज्ञान है इहदे विच, दूसरा ये ध्यान लिव जोड़न का तरीका दसदी है भी जिहदे नालों साडी लिव टुटी है, जिहदे नालों साडा ध्यान टुटा है, उहदे नाल ध्यान किवें जोड़ना है। ते जदों परमात्मा दा ये बिरद के वो टुटियां नूं फिर गंढ लैंदा है, ते उहदे बिरद नूं गुरु अर्जन देव महाराज जी ने टूटी गांढनहार गोपाल भी कहा। ये ठीक है कि आपां ये बचन मुक्तसर साहब के पावन स्थान नाल जोड़ के पढ़ते हैं भी जिन्हां दी गुरु नालों टुट गई, माई भागो ने प्रेर के उन्हां वीरां नूं फिर जंग युद्ध विच खड़िया, ते उन्हां दी गुरु नाल फिर बाण आई, ते उत्थे गुरद्वारा साहब सुशोभित है टुट्टी गंढी साहब। पर टूटी गांढनहार गोपाल दा मतलब भी जिहड़ा साडा ध्यान टुटिया होया है, जिहड़ी साडी लिव टुटी हुई है, ज्ञान ध्यान विच आई। ये बाणी सानू ध्यान जोड़न दा, सानू टुटियां नूं उस मालक नाल जुड़न दा ढंग तरीका दसदी। सतगुरु गुरु अंगद देव महाराज जी ने समुचा बाणी दा खजाना धन गुरु अमरदास महाराज जी नूं बख्शिश कीता। भाई गुरदास जी लिखते ने लैणे पाई नानकों देनी अमरदास घर आई। गुर बैठा अमर स्वरूप होए गुरमुख पाई दात अलाई। फेर वसाया गोइंदवाल अचरज खेल ना लखिया जाई दात जोत खसमै वडियाई। सतगुरु गुरु अमरदास महाराज जी ने समुची बाणी नाल लिव जोड़ के आप भी जदों बाणी उचारण की ते तकरीबन लगभग 8वां दहाका उदों शुरू हो चुका सी। बुढ़ापे ने पूरा जोर पाया होया सी।
ਪਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਸ਼ਬਦ ਨਾਲ, ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਇੰਨਾ ਆਨੰਦਿਤ ਬਣਾਇਆ ਕਿ ਆਪ ਮੁਹਾਰੇ ਅੰਦਰੋਂ ਆਵਾਜ਼ ਆਈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਤੇ ਸਾਨੂੰ ਵੀ ਪ੍ਰੇਰਨਾ ਕੀਤੀ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਵੀ ਬਾਣੀਆਂ ਤਾਂ ਬੜੀਆਂ ਸੰਸਾਰ ਵਿੱਚ, ਪਰ ਇਹ ਬਾਣੀਆਂ ਸਿਰ ਬਾਣੀ, ਬਾਣੀਆਂ ਚੋਂ ਸ਼੍ਰੋਮਣੀ ਬਾਣੀ ਹੈ। ਇਹ ਸੱਚੀ ਬਾਣੀ ਹੈ, ਇਹ ਧੁਰ ਕੀ ਬਾਣੀ ਹੈ। ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਗੁਰੂ ਕੀ ਬਾਣੀ ਨਾਲ, ਗੁਰੂ ਕੇ ਉਪਦੇਸ਼ ਨਾਲ ਜੁੜ ਕੇ ਅੰਦਰ ਦੀ ਪਵਿੱਤਰਤਾ ਹਾਸਲ ਕੀਤੀ, ਗੁਰੂ ਅੰਗਦ ਦੇਵ ਜੀ ਦੇ ਦਰ ਤੇ ਉਹਨਾਂ ਨੂੰ ਇਹ ਅਨੁਭਵ ਹੋਇਆ ਕਿ ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟਿਐ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟਿਐ। ਜਦੋਂ 68 ਤੀਰਥ ਗੁਰ ਸ਼ਬਦ ਦਿਖਾਏ, ਤਿਤ ਨਾਥੈ ਮਲ ਜਾਈ। 20 ਵਾਰ ਗੰਗਾ ਦਾ ਇਸ਼ਨਾਨ ਕਰਕੇ ਵੀ ਮਨ ਨਾ ਟਿਕਿਆ, ਅੰਦਰ ਦੀ ਪਵਿੱਤਰਤਾ ਨਾ ਮਿਲੀ। ਤੇ ਜਦੋਂ ਗੁਰੂ ਦੇ ਸ਼ਬਦ ਰੂਪੀ ਜਲ ਨਾਲ ਜੁੜ ਕੇ ਮਨ ਵੀ ਟਿਕ ਗਿਆ, ਅੰਦਰ ਵੀ ਪਵਿੱਤਰ ਹੋ ਗਿਆ। ਤੇ ਫਿਰ ਗੁਰੂ ਅਮਰਦਾਸ ਜੀ ਨੇ ਉਦਮ ਕੀਤਾ, ਤੀਰਥਾਂ ਤੇ ਗਏ, ਇਸ਼ਨਾਨ ਕਰਨ ਲਈ ਨਹੀਂ, ਪ੍ਰਚਾਰ ਕਰਨ ਲਈ, ਕਿ ਆਓ ਤੀਰਥਾਂ ਤੇ ਬੈਠੇ ਹੋਏ ਲੋਕੋ, ਘਰਾਂ ਨੂੰ ਪਰਤ ਆਓ, ਪਰਮੇਸ਼ਰ ਦਾ ਨਾਮ, ਗੁਰੂ ਦੇ ਸ਼ਬਦ ਨਾਲ ਜੁੜੋ, ਫਿਰ ਅੰਦਰ ਦੀ ਪਵਿੱਤਰਤਾ ਮਿਲਣੀ ਹੈ। ਤੀਰਥ ਉਦਮ ਸਤਿਗੁਰ ਕੀਆ, ਸਭ ਲੋਕ ਉਦਾਹਰਣ ਅਰਥਾ। ਲੋਕਾਂ ਦਾ ਉਧਾਰ ਕਰਨ ਲਈ, ਲੋਕਾਂ ਨੂੰ ਸਿੱਧੇ ਰਸਤੇ ਪਾਉਣ ਲਈ, ਪ੍ਰਚਾਰ ਕਰਨ ਵਾਸਤੇ ਗੁਰੂ ਕੀ ਬਾਣੀ ਦਾ ਮਾਨੋ ਓਟ ਆਸਰਾ ਲੈ ਕੇ ਗੁਰੂ ਕੇ ਗਿਆਨ ਦਾ ਦਾਨ ਵੰਡਣ ਵਾਸਤੇ ਸਤਿਗੁਰੂ ਜੀ ਫਿਰ ਉਦਮ ਕਰਕੇ ਵੱਖ-ਵੱਖ ਥਾਵਾਂ ਤੇ ਪਹੁੰਚੇ ਸਨ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸਨ ਤੇ ਗੁਰਬਾਣੀ ਦਾ ਖਜ਼ਾਨਾ ਗੋਇੰਦਵਾਲ ਸਾਹਿਬ ਮੌਜੂਦ ਸੀ। ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਵਰਸੋਏ ਗਏ ਗੁਰੂ ਰਾਮਦਾਸ ਜੀ, ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕਹੇ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰੂ ਰਾਮਦਾਸ ਮਹਾਰਾਜ ਜੀ ਤੋਂ ਅੱਗੇ ਵਰਸੋਏ ਗੁਰੂ ਅਰਜਨ ਦੇਵ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਉਹਨਾਂ ਦੇ ਹਿਰਦੇ ਵਿੱਚੋਂ ਆਵਾਜ਼ ਆਈ, ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਹੁਣ ਗੁਰੂ ਅਮਰਦਾਸ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਬਾਣੀ ਦੇ ਖਜ਼ਾਨੇ ਦਾ ਜਿਹੜਾ ਟਿਕਾਣਾ ਸੀ ਉਹ ਗੋਇੰਦਵਾਲ ਸਾਹਿਬ ਹੀ ਰਿਹਾ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਗੁਰਬਾਣੀ ਦੇ ਉਤਾਰੇ ਹੋਣੇ ਸ਼ੁਰੂ ਹੋ ਗਏ ਸਨ, ਪੋਥੀਆਂ ਲਿਖਣੀਆਂ ਸ਼ੁਰੂ ਹੋ ਗਈਆਂ ਸਨ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਕਿ ਤੈਸੇ ਗੁਰਬਾਣੀ ਲਿਖ, ਪੋਥੀ ਬਾਂਧ ਰਾਖੀਅਤ, ਮਿਲ ਗੁਰ ਸਿੱਖ ਪੜ ਸੁਣ ਲੈ ਵਲਾਈਆ। ਪਰ ਜੋ ਗੁਰਬਾਣੀ ਦਾ ਖਜ਼ਾਨਾ ਸੀ ਉਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਆਉਂਦੇ, ਪਾਵਨ ਸਰੋਵਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਹਨਾਂ ਉਸਾਰੀ ਦੀ ਸੇਵਾ ਕਰਵਾਈ, ਪਰ ਬਾਣੀ ਦਾ ਖਜ਼ਾਨਾ ਜਿਹੜਾ ਸੀ ਉਹ ਗੋਇੰਦਵਾਲ ਸਾਹਿਬ ਸੀ। ਇੱਥੇ ਗੋਇੰਦਵਾਲ ਸਾਹਿਬ ਵੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਲਾਵਾਂ ਦਾ ਪਾਠ ਉਚਾਰਨ ਕੀਤਾ ਤੇ ਉੱਥੇ ਗੁਰਦੁਆਰਾ ਲਾਵਾਂ ਸਾਹਿਬ ਵੀ ਸੁਸ਼ੋਭਿਤ ਹੈ, ਕਿਉਂਕਿ ਨਾਲ ਦੀ ਨਾਲ ਸਤਿਗੁਰੂ ਜੀ ਸਿੱਖਾਂ ਦੇ ਨਿਆਰੇਪਨ ਤੇ ਪੱਕੀ ਮੋਹਰ ਲਾ ਰਹੇ ਸੀ। ਜਿਵੇਂ ਗੁਰੂ ਨਾਨਕ ਸਾਹਿਬ ਜੀ ਜਦੋਂ ਬਟਾਲੇ ਦੀ ਧਰਤੀ ਤੇ ਵਿਆਹਣ ਲਈ ਗਏ ਤੇ ਪੰਡਤ ਜੀ ਨੇ ਬੇਦੀ ਰਚ ਕੇ ਵੇਦ ਮੰਤਰ ਪੜ੍ਹਨ ਦੀ ਤਿਆਰੀ ਕੀਤੀ। ਸਤਿਗੁਰੂ ਕਹਿਣ ਲੱਗੇ ਵੀ ਵਿਆਹ ਦੇ ਤਰੀਕੇ ਤੇ ਹੋਰ ਵੀ ਬੜੇ ਨੇ, ਪਰ ਇਹ ਤਰੀਕਾ ਤੁਸੀਂ ਕਿਉਂ ਅਪਣਾਇਆ? ਕਹਿਣ ਲੱਗੇ ਜੀ ਉਹ ਕੋਈ ਤਰੀਕਾ ਮੁਸਲਮਾਨਾਂ ਦਾ, ਕੋਈ ਈਸਾਈਆਂ ਦਾ, ਕੋਈ ਕਿਸੇ ਹੋਰ ਧਰਮ ਦਾ। ਤੇ ਸਾਹਿਬ ਕਹਿਣ ਲੱਗੇ ਫਿਰ ਉਹ ਸਾਰੇ ਤਰੀਕੇ ਛੱਡ ਕੇ ਇਹ ਕਿਉਂ ਅਪਣਾਇਆ? ਕਹਿਣ ਲੱਗੇ ਜੀ ਇਹ ਹਿੰਦੂ ਰੀਤੀ ਹੈ। ਸਾਹਿਬ ਕਹਿਣ ਲੱਗੇ ਜਿਵੇਂ ਅਸੀਂ ਮੁਸਲਮਾਨ ਨਹੀਂ ਹੈ, ਅਸੀਂ ਨਿਕਾਹ ਨਹੀਂ ਕਰਾਇਆ, ਜਿਵੇਂ ਅਸੀਂ ਕਿਸੇ ਹੋਰ ਧਰਮ ਨਾਲ ਸੰਬੰਧ ਨਹੀਂ ਰੱਖਦੇ, ਉਹ ਵਿਆਹ ਦੀ ਰੀਤੀ ਨਹੀਂ ਅਪਣਾਈ, ਇਸ ਤਰ੍ਹਾਂ ਨਾ ਹਮ ਹਿੰਦੂ ਨਾ ਮੁਸਲਮਾਨ, ਤੇ ਫਿਰ ਤੁਸੀਂ ਸਾਡਾ ਵਿਆਹ ਕਰਨ ਲਈ ਹਿੰਦੂ ਰੀਤੀ ਮੁਤਾਬਕ ਬੇਦੀ ਰਚੀ ਆ, ਵੇਦ ਮੰਤਰ ਪੜ੍ਹਨ ਲੱਗੇ। ਉਹ ਕਹਿੰਦੇ ਵੀ ਹੋਰ ਤਰੀਕਾ ਹੀ ਕੋਈ ਨਹੀਂ, ਹੋਰ ਕੋਈ ਢੰਗ ਹੀ ਨਹੀਂ। ਸਾਹਿਬ ਕਹਿਣ ਲੱਗੇ ਕਿਉਂ ਨਹੀਂ?
ਸਤਿਗੁਰਾਂ ਨੇ ਮੂਲ ਮੰਤਰ ਲਿਖ ਕੇ ਦਿੱਤਾ, ਕਹਿਣ ਲੱਗੇ ਬਾਣੀ ਦੀ ਪਰਿਕਰਮਾ ਕਰਕੇ ਸਾਡਾ ਵਿਆਹ ਸੰਪੰਨ ਹੋਵੇਗਾ। ਉਥੋਂ ਨਿਆਰਾਪਨ ਜਿਹੜਾ ਸੀ ਸ਼ੁਰੂ ਹੋ ਗਿਆ। ਇਸੇ ਕਰਕੇ ਬਟਾਲੇ ਦੀ ਕੰਧ ਤੋਂ ਜਿਹੜੀ ਜੰਗ ਸ਼ੁਰੂ ਹੋਈ ਉਹ ਸਰਹੰਦ ਦੀ ਕੰਧ ਤੱਕ ਗਈ। ਬਾਬਰ ਦੀ ਹਵਾਲਾਤ ਤੋਂ ਲੈ ਕੇ ਗਵਾਲੀਅਰ ਦਾ ਕਿਲਾ, ਮੁਰਿੰਡੇ ਦੀ ਕੋਤਵਾਲੀ, ਠੰਡੇ ਬੁਰਜ ਦੀ ਕੈਦ ਤੱਕ ਦਾ ਇਹ ਸਫ਼ਰ, ਤਾਂ ਕਿ ਸਿੱਖਾਂ ਦਾ ਨਿਆਰਾਪਨ ਜਿਹੜਾ ਸੀ ਉਹ ਕਾਇਮ ਰੱਖਿਆ ਜਾਵੇ। ਗੁਰੂ ਰਾਮਦਾਸ ਜੀ ਨੇ 4 ਲਾਵਾਂ ਉਚਾਰਨ ਕਰਕੇ ਪੱਕੀ ਮੋਹਰ ਲਾ ਦਿੱਤੀ ਕਿ ਸਿੱਖ ਜਿਹੜਾ ਹੈ ਉਹ ਇੱਕ ਨਿਆਰਾ ਧਰਮ ਹੈ। ਹਰ ਧਰਮ ਦਾ ਇਹ ਸਤਿਕਾਰ ਕਰਦਾ ਹੈ, ਪਰ ਇਹ ਆਪਣੇ ਧਰਮ ਵਿੱਚ ਜ਼ਰੂਰ ਨਿਆਰਾ ਰਹਿੰਦਾ ਹੈ। ਔਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਰੀਆਂ ਬਖਸ਼ਿਸ਼ਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਕੀਤੀਆਂ। ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜੁਨ ਮਾਹਿ ਧਰੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕਰਵਾਇਆ ਨਾ, ਆਪਾਂ ਪੜ੍ਹਦੇ ਹਾਂ ਕਵੀ ਸੰਤੋਖ ਸਿੰਘ ਹੋਣਾ ਦੇ ਬੋਲ, ਹਰਿਮੰਦਰ ਮੈਂ ਜਾਏ ਪਹੁੰਚੇ, ਰਾਗੀ ਰਾਗ ਕਰਤ ਸੁਰ ਉੱਚੇ, ਮੰਜੀ ਸਹਿਤ ਗ੍ਰੰਥ ਤਬ ਥਾਪ, ਨਿਕਟ ਗੁਰੂ ਬੈਠੇ ਤਬ ਆਪ, ਭੋਗ ਵਾਰ ਕੋ ਸੁਣ ਮਨ ਲਾਈ, ਤਬ ਸ਼੍ਰੀ ਅਰਜਨ ਗਿਰਾ ਅਲਾਈ, ਬੁੱਢਾ ਸਾਹਿਬ ਖੋਲੋ ਗ੍ਰੰਥ। ਹੁਣ ਆਪਾਂ ਕਵਾਂਗੇ ਵੀ ਸਤਿਗੁਰੂ ਜੀ ਨੇ ਇਹ ਹੁਕਮ ਕੀਤਾ ਬੁੱਢਾ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਖੋਲੋ। ਬਾਣੀ ਵਿੱਚ ਵੀ ਐਵੇਂ ਲਿਖਿਆ ਹੋਇਆ ਕਿ ਜਿਹੜਾ ਪਿਓ ਦਾਦੇ ਦਾ ਖਜ਼ਾਨਾ ਹੈ ਇਹਨੂੰ ਕੇਵਲ ਢੱਕ ਕੇ ਨਾ ਰੱਖਿਓ, ਇਹਨੂੰ ਪ੍ਰਕਾਸ਼ ਕਰਕੇ, ਇਹਨੂੰ ਖੋਲ ਕੇ ਵੇਖਿਓ, ਪੜ੍ਹਿਓ। ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਬਚਨ ਨੇ, ਹਮ ਤਨਵੰਤ ਭਾਗਤ ਸਚ ਨਾਏ, ਹਰ ਗੁਣ ਗਾਵੇਂ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਖਾਵੇਂ ਖਰਚੈ ਰਲ ਮਿਲ ਭਾਈ, ਟੂਟ ਨਾ ਆਵੇ ਵਾਧੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਲਿਆ ਲਾਏ। ਆ ਸਰਕਾਰੀ ਤੌਰ ਤੇ ਅਨਾਉਂਸਮੈਂਟ ਹੋਵੇ ਵੀ ਕੋਈ ਸਰਕਾਰੀ ਖਜ਼ਾਨਾ ਵੰਡਣ ਆਇਆ ਹੈ, ਵੇਖੋ ਲੋਕਾਂ ਦੇ ਕਿਵੇਂ ਕੰਨ ਖੜੇ ਹੁੰਦੇ ਨੇ, ਲੋਕ ਭੱਜੇ ਜਾਂਦੇ। ਤੇ ਜਦੋਂ ਇਹ ਅਨਾਉਂਸਮੈਂਟ ਹੋਵੇ ਵੀ ਆ ਜਿਹੜਾ ਸੱਚੇ ਪਾਤਸ਼ਾਹ ਦਾ ਖਜ਼ਾਨਾ ਇਹ ਵੰਡਣ ਲਈ ਗੁਰੂ ਕੇ ਕੀਰਤਨੀਏ ਆਏ ਨੇ, ਗੁਰੂ ਕੇ ਕਥਾਵਾਚਕ ਆਏ ਨੇ, ਕਵੀਸ਼ਰ ਢਾਡੀ ਆਏ ਨੇ, ਇਹ ਸੱਚੇ ਪਾਤਸ਼ਾਹ ਦਾ ਖਜ਼ਾਨਾ ਵੰਡਣ ਲਈ ਆਏ ਨੇ। ਤੇ ਉਦੋਂ ਵੀ ਸੰਗਤਾਂ ਜਿਹੜੀਆਂ ਨੇ ਸੱਚੀ ਸਰਕਾਰ ਦਾ ਇਹ ਖਜ਼ਾਨਾ ਝੋਲੀ ਵਿੱਚ ਪਵਾਉਣ ਵਾਸਤੇ ਤਤਪਰ ਰਹਿੰਦੀਆਂ ਨੇ। ਸਾਹਿਬ ਕਹਿੰਦੇ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਇਸ ਖਜ਼ਾਨੇ ਵਿੱਚੋਂ ਕੁਝ ਪ੍ਰਾਪਤ ਹੋਇਆ। ਕਿਨਕਾ ਏਕ ਜਿਸ ਜੀ ਬਸਾਵੇ, ਤਾਂ ਕੀ ਮਹਿਮਾ ਗਨੀ ਨਾ ਆਵੇ, ਭਾਵ ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਜਦੋਂ ਸਤਿਗੁਰੂ ਜੀ ਨੇ ਹੁਕਮ ਕੀਤਾ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ ਸੁਨੈ ਸਭ ਪੰਥ, ਅਦਬ ਸਹਿਤ ਗ੍ਰੰਥ ਤਬ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾ। ਸਤਿਗੁਰੂ ਜੀ ਨੇ ਜਦੋਂ ਆਪ ਵੀ ਇਕਾਗਰਚਿਤ ਹੋ ਕੇ ਮੁਖ ਵਾਕ ਸ਼ਰਵਣ ਕੀਤਾ, ਇਸ ਤੋਂ ਬਾਅਦ ਗੁਰੂ ਕੀਆਂ ਸੰਗਤਾਂ ਨੂੰ ਮੁਖਾਤਬ ਹੋ ਕੇ ਬਚਨ ਕਹੇ ਸਨ, ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵੇਂ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਤੇ ਗੁਰਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਤੁਸੀਂ ਸਰੀਰਕ ਤੌਰ ਤੇ ਮੌਜੂਦ ਹੋ, ਤੇ ਜਦੋਂ ਵੀ ਕਿਤੇ ਪ੍ਰਸ਼ਨ ਉੱਤਰ ਹੁੰਦੇ ਨੇ ਤੇ ਤੁਸੀਂ ਅਕਸਰ ਕਹਿੰਦੇ ਹੋ ਵੀ 5 ਪਾਤਸ਼ਾਹੀਆਂ ਅਜੇ ਸਰੀਰਕ ਤੌਰ ਤੇ ਹੋਰ ਆਉਣਗੇ। ਜਿਵੇਂ 6ਵੇਂ ਪਾਤਸ਼ਾਹ ਨੂੰ ਸਿੱਖ ਪੁੱਛਦੇ ਸਨ, ਪੁੱਛਣ ਸਿੱਖ ਅਰਦਾਸ ਕਰ, 6 ਮਹਿਲਾਂ ਤੱਕ ਦਰਸ ਨਿਹਾਰੀ। ਤੇ ਗੁਰੂ ਹਰਗੋਬਿੰਦ ਸਾਹਿਬ ਦਾ ਉੱਤਰ ਸੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਜੁਗ ਕਹਿੰਦੇ ਨੇ 2 ਨੂੰ, ਜੁਗ ਤੋਂ ਹੀ ਜੁਗਲ ਸ਼ਬਦ ਬਣਿਆ। ਜਿਵੇਂ ਕਵੀ ਸੰਤੋਖ ਸਿੰਘ ਜੀ ਜਦੋਂ ਮੰਗਲ ਕਰਦੇ ਨੇ, ਜੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਜੁਗਲ ਦਾ ਅਰਥ ਹੁੰਦਾ 2, ਤੇ ਜੁਗ ਜੁਗ 2 + 2 ਵੀ 4 ਪਾਤਸ਼ਾਹੀਆਂ ਅਜੇ ਹੋਰ ਹੋਣੀਆਂ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪੁੱਛਿਆ ਤੁਸੀਂ ਸਰੀਰ ਕਰਕੇ ਮੌਜੂਦ ਹੋ, 5 ਪਾਤਸ਼ਾਹੀਆਂ ਅਜੇ ਹੋਰ ਆਉਣੀਆਂ ਨੇ, ਫਿਰ ਸ਼ਬਦ ਗੁਰੂ ਦੇ ਪਹਿਲੇ ਪ੍ਰਕਾਸ਼ ਦੀ ਕੀ ਲੋੜ ਪਈ।
ਤੇ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਨੇ ਸਪਸ਼ਟ ਕੀਤਾ ਸੀ, ਕਾਰਨ ਭਾਵੇਂ ਕਈ ਸਨ, ਪਰ ਕੁਝ ਪ੍ਰਮੁੱਖ ਕਾਰਨ ਜਿਹੜੇ ਸਿੱਖੋ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਹਾਂ। ਸਾਹਿਬ ਕਹਿਣ ਲੱਗੇ, ਪਹਿਲਾ ਕਾਰਨ ਕਿ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਨਹੀਂ ਸਮਝਿਆ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਬਾਰੇ ਇਹ ਬੋਲ ਕਹੇ ਸਨ, ਕੋਈ ਆਖੈ ਭੂਤਨਾ ਕੋ ਕਹੈ ਬਿਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਜਿਨ੍ਹਾਂ ਨੇ ਕਦੇ ਗੁਰੂ ਅੰਗਦ ਦੇਵ ਜੀ ਦੀ ਵਿਰੋਧਤਾ ਕੀਤੀ, ਇੱਕ ਤਪੇ ਪਖੰਡੀ ਦੇ ਮਗਰ ਲੱਗ ਕੇ, ਇੱਥੇ ਤੱਕ ਕਿ ਗੁਰੂ ਅੰਗਦ ਦੇਵ ਜੀ ਨੂੰ ਕਹਿ ਦਿੱਤਾ ਤੁਸੀਂ ਖਡੂਰ ਸਾਹਿਬ ਛੱਡ ਕੇ ਚਲੇ ਜਾਓ। ਜਿਸ ਧੜੇ ਨੇ ਗੁਰੂ ਅਮਰਦਾਸ ਜੀ ਦੇ ਲੱਤ ਮਾਰੀ, ਜਿਨ੍ਹਾਂ ਦੇ ਸਮੂਹ ਨੇ ਇੱਕ ਪੇਪਰ ਤੇ ਇਕੱਠਿਆਂ ਸਾਈਨ ਕਰਕੇ ਝੂਠੇ ਮੇਜਰਨਾਮੇ ਲਿਖ ਕੇ ਅਕਬਰ ਕੋਲ ਸ਼ਿਕਾਇਤਾਂ ਕੀਤੀਆਂ, ਸਾਹਿਬ ਕਹਿੰਦੇ ਅੱਜ ਉਹਨਾਂ ਦਾ ਇਹ ਹੀ ਆ ਪਿਆ ਕਿ ਉਹਨਾਂ ਨੇ ਆਪਣੀਆਂ ਕਵਿਤਾਵਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ ਨੇ। ਕਵਿਤਾਵਾਂ ਕੋਈ ਵੀ ਰਚੇ ਮੁਬਾਰਕ ਹੈ, ਪਰ ਜਿਹੜਾ ਰਚਦਾ ਉਹ ਆਪਣਾ ਨਾਮ ਲਿਖੇ। ਪਰ ਉਹਨਾਂ ਨੇ ਕਵਿਤਾ ਦੀ ਜਿਹੜੀ ਸਮਾਪਤੀ ਹੈ ਉੱਥੇ ਜਾ ਕੇ ਨਾਨਕ ਸ਼ਬਦ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਅੱਜ ਵੀ ਸਿੱਖ ਨੂੰ ਕਿਸੇ ਤੇ ਕੋਈ ਰੋਸ ਨਹੀਂ, ਪਰ ਰੋਸ ਉਦੋਂ ਆਉਂਦਾ ਜਦੋਂ ਗੁਰਬਾਣੀ ਦਾ ਖਜ਼ਾਨਾ ਵਰਤ ਕੇ ਤੇ ਮਹਿਮਾ ਉਹ ਆਪਣੀ ਕਰਵਾਉਂਦੇ ਨੇ, ਉਦੋਂ ਸਿੱਖ ਕਦੇ ਇਹ ਬਰਦਾਸ਼ਤ ਨਹੀਂ ਕਰ ਸਕਦਾ। ਮੇਰੇ ਸਤਿਗੁਰੂ ਜੀ ਨੇ ਬਚਨ ਕਹੇ ਸਨ, ਕਹਿਣ ਲੱਗੇ, ਮਿਹਰਵਾਨ ਪੁੱਤ ਪਿਰਥੀਏ ਦਾ ਕਵੀਸ਼ਰੀ ਕਰੇ, ਹਿੰਦਵੀ ਸੰਸਕ੍ਰਿਤੀ ਗੁਰਮੁਖੀ ਨਾਲੇ ਪਾਰਸੀ ਪੜ੍ਹੇ, ਤਿੰਨ ਪੀ ਬਾਣੀ ਬਹੁਤ ਬਣਾਈ, ਅੰਤ ਭੋਗ ਨਾਨਕ ਜੀ ਤੇ ਪਾਈ। ਬਚਨ ਕੀਤਾ ਭਾਈ ਗੁਰਦਾਸ, ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਣ ਲੱਗੇ ਨੀ ਰਲਾ, ਵਿੱਚ ਰਲਾ ਨਾ ਧਰੀਏ। ਸਿੱਖ ਕਹਿਣ ਲੱਗੇ ਵੀ ਰਲਾ ਕਿਉਂ ਨਹੀਂ? ਸਾਹਿਬ ਕਹਿਣ ਲੱਗੇ, ਜਿਵੇਂ ਕੀਮਤੀ ਸੋਨਾ, ਕੀਮਤੀ ਹੀਰੇ ਜਵਾਹਰਾਤ ਮੋਤੀਆਂ ਵਿੱਚ ਠੀਕਰੀਆਂ ਗੀਟਿਆਂ ਦਾ ਰਲਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਇਵੇਂ ਇਹ ਖਸਮ ਕੀ ਬਾਣੀ, ਸੱਚੀ ਬਾਣੀ, ਧੁਰ ਕੀ ਬਾਣੀ, ਰਤਨ ਲਾਲ ਜਾਂਕਾ ਕਛੂ ਨਾ ਮੋਲ, ਭਰੇ ਭੰਡਾਰ ਅਕੂਟ ਅਤੋਲ। ਇਹ ਜਿਹੜਾ ਰਤਨਾ ਦਾ ਖਜ਼ਾਨਾ ਹੈ ਨਾ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਇਹਦੇ ਵਿੱਚ ਵੀ ਕੱਚੇ ਪਿੱਲੇ ਬੋਲਾਂ ਦੀਆਂ ਠੀਕਰੀਆਂ ਦਾ ਰਲਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅੱਜ ਵੀ ਜਿਹੜੀਆਂ ਤੁਕਾਂ ਆਪਾਂ ਪੜ੍ਹਦੇ ਆਂ, ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ, ਮੰਦੇ ਕੰਮੀ ਨਾਨਕਾ ਜਦ ਕਤ ਮੰਦਾ ਹੋਏ, ਜਾਂ ਕਬੀਰਾ ਤੇਰੀ ਝੌਂਪੜੀ ਗਲ ਕਟਿਆਨ ਕੇ ਪਾਸ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨਹੀਂ। ਇਹ ਲੋਕਾਂ ਦੀਆਂ ਬਣਾਈਆਂ ਹੋਈਆਂ ਧਾਰਨਾਵਾਂ ਨੇ, ਜਾਂ ਜਿਨ੍ਹਾਂ ਨੇ ਯਤਨ ਕੀਤਾ ਸੀ ਗੁਰੂ ਕੀ ਬਾਣੀ ਵਿੱਚ ਰਲਾ ਪਾਉਣ ਦਾ, ਉਹਨਾਂ ਦੀਆਂ ਉਚਾਰਨ ਕੀਤੀਆਂ ਹੋਈਆਂ ਤੁਕਾਂ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਹਿਲਾ ਕਾਰਨ ਦੱਸਿਆ, ਕਹਿਣ ਲੱਗੇ, ਜਿਨ੍ਹਾਂ ਨੇ ਸ਼ੁਰੂ ਤੋਂ ਗੁਰੂ ਨਾਨਕ ਸਾਹਿਬ ਦੇ ਘਰ ਤੇ ਹਮਲੇ ਕੀਤੇ ਤੇ ਇਹ ਕੁਝ ਹਮਲੇ ਹੁਣ ਇੱਥੇ ਤੱਕ ਪਹੁੰਚ ਗਏ ਨੇ। ਦੂਸਰਾ ਕਾਰਨ ਮੇਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੱਸਿਆ ਸੀ, ਕਹਿਣ ਲੱਗੇ, ਸੰਸਾਰ ਵਿੱਚ ਜਿਹਦੇ ਨਾਮ ਤੇ ਧਰਮ ਸਥਾਨ ਬਣੇ ਨੇ ਉਹਦੇ ਵਿੱਚ ਬਿਠਾਇਆ ਵੀ ਉਹਨੂੰ ਜਾਂਦਾ ਹੈ। ਇਹ ਨਹੀਂ ਕਿ ਧਰਮ ਸਥਾਨ ਕਿਸੇ ਹੋਰ ਦੇ ਨਾ ਹੋਵੇ ਤੇ ਉੱਥੇ ਬਿਠਾਇਆ ਕਿਸੇ ਹੋਰ ਨੂੰ ਜਾਵੇ। ਇਹ ਪਹਿਲੀ ਵਾਰ ਹੈ ਕਿ ਹਰੀ ਪਰਮੇਸ਼ਰ ਨਿਰੰਕਾਰ ਦੇ ਨਾਂ ਤੇ ਧਰਮ ਸਥਾਨ ਬਣਿਆ ਹਰਿਮੰਦਰ ਸਾਹਿਬ, ਤੇ ਇਹਦੇ ਵਿੱਚ ਬੈਠੇਗਾ ਵੀ ਹਰੀ, ਇਹਦੇ ਵਿੱਚ ਬੈਠੇਗਾ ਵੀ ਨਿਰੰਕਾਰ। ਤੇ ਸਿੱਖ ਕਹਿਣ ਲੱਗੇ, ਨਿਰੰਕਾਰ ਕਿਵੇਂ ਬੈਠੇਗਾ? ਤੇ ਸਾਹਿਬ ਕਹਿਣ ਲੱਗੇ, ਵਾਹ ਵਾਹ ਬਾਣੀ ਨਿਰੰਕਾਰ ਹੈ, ਤੇ ਜੀਵਨ ਅਵਰਨਾ। ਬਾਣੀ ਨਿਰੰਕਾਰ ਦਾ ਰੂਪ ਹੈ। ਨਿਰੰਕਾਰ ਨੇ ਸ਼ਬਦ ਦਾ ਰੂਪ ਧਾਰਨ ਕਰਕੇ ਸੰਸਾਰ ਦੇ ਵਿੱਚ ਪ੍ਰਗਟ ਹੋਣਾ ਕੀਤਾ। ਤੇ ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੂਜਾ ਕਾਰਨ ਦੱਸਿਆ, ਤੀਸਰਾ ਕਾਰਨ ਦੱਸ ਰਹੇ ਸਨ, ਕਹਿਣ ਲੱਗੇ ਕਿ ਸਰੀਰ ਕਰਕੇ ਇੱਕੋ ਸਮੇਂ ਹਰ ਥਾਂ ਤੇ ਗੁਰੂ ਨੂੰ ਨਹੀਂ ਵੇਖਿਆ ਜਾ ਸਕਦਾ। ਜੇ ਸਰਬ ਵਿਆਪਕ ਗੁਰੂ ਇੱਕੋ ਸਮੇਂ ਹਰ ਥਾਂ ਤੇ ਦਰਸ਼ਨ ਦੇ ਸਕਦਾ ਹੈ, ਉਹ ਉਪਦੇਸ਼ ਕਰਕੇ, ਗਿਆਨ ਕਰਕੇ, ਸ਼ਬਦ ਕਰਕੇ, ਬਾਣੀ ਰੂਪ ਵਿੱਚ ਹੀ ਸੰਭਵ ਹੈ। ਸਤਿਗੁਰਾਂ ਬਚਨ ਕਹੇ ਸਨ, ਸਤਿਗੁਰ ਕੇਰ ਸਰੀਰ ਹੈ ਜੋ, ਸਭ ਥਾਨ ਸਮੇਂ ਸਭ ਨਹਿ ਦਰਸੇ ਹੈ, ਗ੍ਰੰਥ ਹਿਰਦਾ ਗੁਰ ਕੋ ਇਹ ਜਾਨੋ,
उत्तम है सब काल रहे। सब कहते जे असीं गोइंदवाल साहिब हुंदे हां ते अंम੍ਰਿਤਸਰ ਦੀਆਂ ਸੰਗਤਾਂ ਵਿਆਕੁਲ ਹੋ ਜਾਂਦੀਆਂ ਨੇ, ਜੇ ਅਸੀਂ ਅੰਮ੍ਰਿਤਸਰ ਜਾਂਦੇ ਹਾਂ ਤੇ ਤਰਨਤਾਰਨ ਸਾਹਿਬ ਦੀਆਂ ਸੰਗਤਾਂ ਉਡੀਕਦੀਆਂ ਨੇ। ਸਤਿਗੁਰਾਂ ਕਿੱਡੀ ਵੱਡੀ ਬਖਸ਼ਿਸ਼ ਕੀਤੀ ਕਿ ਅੱਜ ਜੇ ਸਾਰੇ ਸੰਸਾਰ ਵਿੱਚ ਇੱਕੋ ਸਮੇਂ ਸਾਰੇ ਸਿੱਖ ਗੁਰੂ ਦੇ ਦਰਸ਼ਨ ਕਰ ਸਕਦੇ ਨੇ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ, ਉਹ ਸ਼ਬਦ ਗੁਰੂ ਦੇ ਰੂਪ ਵਿੱਚ ਹੈ, ਗਿਆਨ ਗੁਰੂ ਦੇ ਰੂਪ ਵਿੱਚ ਹੈ। ਸਾਹਿਬ ਕਹਿਣ ਲੱਗੇ ਸ਼ਰੀਰਾਂ ਦਾ ਜਿੱਥੇ ਮਿਲਾਪ ਉੱਥੇ ਇੱਕ ਦਿਨ ਸ਼ਰੀਰਾਂ ਦਾ ਵਿਛੋੜਾ ਵੀ ਪੈਂਦਾ ਹੈ, ਪਰ ਜਿਹੜੇ ਸ਼ਬਦ ਨਾਲ ਜੁੜ ਜਾਂਦੇ ਨੇ, ਸ਼ਬਦ ਸਜੀਵੀ ਹੈ, ਉਹ ਕਦੇ ਨਹੀਂ ਵਿਛੜਦੇ, ਉਹ ਤਾਂ ਅਨੁਭਵ ਕਰਦੇ ਨੇ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਫਿਰ ਕੇਵਲ ਸ਼ਰੀਰ ਤੱਕ ਨਹੀਂ, ਗੁਰ ਕਾ ਬਚਨ ਬਸੈ ਜੀ ਨਾਲੇ। ਇਹ ਸਾਡੀ ਜਿੰਦ ਦਾ ਸਾਥੀ ਹੈ। ਸਾਡੀ ਜਿੰਦ ਤੱਕ ਸਾਡੀ ਮਾਂ ਨਹੀਂ ਪਹੁੰਚ ਸਕਦੀ, ਸਾਡਾ ਪਿਤਾ ਨਹੀਂ ਪਹੁੰਚ ਸਕਦਾ, ਪਤੀ ਪਤਨੀ ਭੈਣ ਭਰਾ ਕੋਈ ਨਹੀਂ ਪਹੁੰਚ ਸਕਦਾ। ਜੇ ਸਾਡੀ ਜਿੰਦ ਦਾ ਕੋਈ ਸਾਥੀ ਬਣ ਸਕਦਾ ਹੈ ਤੇ ਉਹ ਗੁਰੂ ਦਾ ਗਿਆਨ ਹੈ, ਉਹ ਗੁਰੂ ਦਾ ਸ਼ਬਦ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਦੁਨੀਆ ਦੇ ਵਿੱਚ ਪਾਰ ਹੋਣ ਲਈ ਬੜੇ ਬੜੇ ਵੱਡੇ ਬੇੜੇ ਜਹਾਜ਼ ਨੇ, ਪਰ ਜੇ ਜਹਾਜ਼ ਬੰਦਰਗਾਹ ਦੇ ਕਿਨਾਰੇ ਤੇ ਖੜਾ ਹੋਵੇ, ਉਹਦੇ ਵਿੱਚ ਮੁਸਾਫਰ ਯਾਤਰੂ ਵੀ ਬੈਠੇ ਹੋਣ, ਪਰ ਉਹਦੇ ਵਿੱਚ ਮਲਾਹ ਹੋਵੇ ਹੀ ਨਾ, ਤੇ ਕੀ ਉਹ ਬੇੜਾ ਪਾਰ ਹੋ ਸਕਦਾ? ਕਹਿਣ ਲੱਗੇ ਜੀ ਨਹੀਂ। ਉਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਸਪਸ਼ਟ ਕੀਤਾ ਸੀ ਕਿ ਸ਼੍ਰੀ ਕਰਤਾਰਪੁਰ ਸਾਹਿਬ ਤੋਂ ਲੈ ਕੇ ਸ਼੍ਰੀ ਹਰਿਮੰਦਰ ਸਾਹਿਬ ਤੱਕ, ਜਾਂ ਮੌਜੂਦਾ ਸਮੇਂ ਇੰਜ ਕਹਿ ਲਈਏ ਕਿ ਸਮੁੱਚੇ ਸਾਡੇ ਗੁਰ ਅਸਥਾਨ ਜਿਹੜੇ ਨੇ ਉਹ ਜਹਾਜ਼ ਦੀ ਤਰ੍ਹਾਂ, ਤੇ ਸੰਗਤਾਂ ਉਹਦੇ ਵਿੱਚ ਬੈਠਣ ਵਾਲੇ ਯਾਤਰੂ ਨੇ, ਮੁਸਾਫਰ ਨੇ, ਤੇ ਗੁਰੂ ਗ੍ਰੰਥ ਸਾਹਿਬ ਜੀ ਮਲਾਹ ਨੇ। ਖੇਵਟ ਗੁਰ ਸ਼ਬਦ ਤਰੋ, ਭਵਜਲ ਬਿਨ ਸ਼ਬਦੈ ਕਿਉ ਤਰੀਐ, ਭਉਜਲ ਬਿਖਮ ਅਸਗਾ ਗੁਰ ਸ਼ਬਦੀ ਪਾਰ ਪਾਹੇ। ਸ਼ਬਦ ਹੀ ਖੇਵਟ ਬਣ ਕੇ, ਮਲਾਹ ਬਣ ਕੇ ਇਸ ਬੇੜੇ ਨੂੰ ਪਾਰ ਲਾ ਸਕਦਾ ਹੈ। ਉਵੇਂ ਤੁਸੀਂ ਗੁਰੂ ਘਰ ਦੀ ਇਮਾਰਤ ਭਾਵੇਂ ਕਰੋੜਾਂ ਅਰਬਾਂ ਰੁਪਏ ਲਾ ਕੇ ਬਣਾ ਲਵੋ, ਸੰਗਤਾਂ ਵੀ ਜੁੜੀਆਂ ਹੋਣ, ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਵੇ ਤੇ ਇਵੇਂ ਹੀ ਹੈ ਜਿਵੇਂ ਜਹਾਜ਼ ਵਿੱਚ ਯਾਤਰੂ ਤੇ ਬੈਠੇ ਤੇ ਮਲਾਹ ਹੋਵੇ ਹੀ ਨਾ। ਸਤਿਗੁਰਾਂ ਨੇ ਸਿੱਧਾ ਨੂੰ ਵੀ ਇਹ ਬਚਨ ਕਹੇ ਸਨ ਵੀ ਬਾਜ ਗੁਰੂ ਡੁੱਬਾ ਜਗ ਸਾਰਾ। ਉਹ ਕਹਿਣ ਲੱਗੇ ਤਰਾਂਗੇ ਕਿਵੇਂ ਦੁਨੀਆ ਸਾਗਰ ਦੁੱਤਰ ਕਈਆ ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਔਧੂ ਨਾਨਕ ਦੇ ਸੱਚਾ ਵਿਚਾਰੋ। ਤੇ ਸਤਿਗੁਰਾਂ ਦਾ ਉੱਤਰ ਸੀ ਜੈਸੇ ਜਲ ਮੈਂ ਕਮਲ ਨਰਾਲ ਮੁਰਗਾਈ ਨੇ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੈ। ਸਾਹਿਬ ਕਹਿੰਦੇ ਸ਼ਬਦ ਦਾ ਸਹਾਰਾ ਲੈ ਕੇ ਭਵ ਸਾਗਰ ਤੋਂ ਪਾਰ ਹੋਈਦਾ, ਕਿਉਂਕਿ ਸ਼ਬਦ ਖੇਵਟ ਹੈ, ਸ਼ਬਦ ਮਲਾਹ ਹੈ। ਤੇ ਮੇਰੇ ਸਤਿਗੁਰੂ ਜੀ ਨੇ ਜਦੋਂ ਇਹ ਸਾਰੇ ਕਾਰਨ ਦੱਸ ਕੇ ਇਹ ਸਪਸ਼ਟ ਕੀਤਾ ਸੀ, ਪੋਥੀ ਪਰਮੇਸ਼ਰ ਕਾ ਥਾਨ, ਪਰਮੇਸ਼ਰ ਦੇ ਮਲਾਪ ਦਾ ਜੇ ਢੁਕਵਾਂ ਥਾਂ ਹੈ ਤੇ ਉਹ ਪੋਥੀ ਹੈ। ਕਿਉਂਕਿ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਜੇ ਗੁਰਗੱਦੀ ਬਖਸ਼ਿਸ਼ ਨਹੀਂ ਸੀ ਹੋਈ। ਪੋਥੀ ਸਾਹਿਬ ਦੇ ਰੂਪ ਵਿੱਚ ਪੋਥੀ ਪਰਮੇਸ਼ਰ ਕਾ ਥਾਨ ਕਿਹਾ ਸੀ। ਪੋਥੀ ਪਰਮੇਸ਼ਰ ਕਾ ਥਾਨ, ਵੀ ਜਿੱਥੇ ਵੀ ਪੋਥੀ ਸਾਹਿਬ ਪ੍ਰਕਾਸ਼ ਹੋਵੇਗੀ ਉਹ ਥਾਂ ਪਰਮਾਤਮਾ ਦੇ ਮਲਾਪ ਦੀ ਥਾਂ ਬਣ ਜਾਵੇ। ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵੇ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਤੇ ਕਈਆਂ ਨੇ ਪ੍ਰਸ਼ਨ ਕੀਤੇ ਜੀ ਪੋਥੀਆਂ ਤੇ ਪਹਿਲਾਂ ਵੀ ਸਨ, ਕਿਉਂਕਿ ਆਪਾਂ ਪੜ੍ਹਦੇ ਆ ਨਾ ਮੂੰਡ ਪਲੋਸ ਕਮਰਬੱਧ ਪੋਥੀ, ਜਾਂ ਪੜ੍ਹਦੇ ਆ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਤੋਸ਼ੀਆਂ। ਸਵਾਲ ਕਰ ਦਿੱਤਾ ਜੀ ਪੋਥੀਆਂ ਤੇ ਪਹਿਲਾਂ ਵੀ ਬੜੀਆਂ ਸਨ, ਪਰ ਕਿਹੜੀ ਪੋਥੀ ਪਰਮੇਸ਼ਰ ਦਾ ਥਾਂ ਹੈ? ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਜਿਸ ਪੋਥੀ ਵਿੱਚ ਕੇਵਲ ਇੱਕ ਉਮਤ ਦੀ ਗੱਲ ਕੀਤੀ ਹੋਵੇ, ਦੂਜਿਆਂ ਨੂੰ ਮਲੇਸ਼ ਕਿਹਾ ਗਿਆ ਹੋਵੇ, ਉਹ ਪੋਥੀ ਪਰਮੇਸ਼ਰ ਦਾ ਥਾਂ ਨਹੀਂ। ਜਿਨ੍ਹਾਂ ਪੋਥੀਆਂ ਵਿੱਚ ਇੱਕ ਫਿਰਕੇ ਨੂੰ ਉਪਦੇਸ਼ ਦੇ ਕੇ ਦੂਜਿਆਂ ਨੂੰ ਕਾਫਰ ਕਿਹਾ ਗਿਆ ਹੋਵੇ, ਉਹ ਪੋਥੀ ਪਰਮੇਸ਼ਰ ਦਾ ਥਾਨ ਨਹੀਂ। ਉਹ ਪੋਥੀ ਪਰਮੇਸ਼ਰ ਦਾ ਥਾਨ ਹੈ ਜਿੱਥੇ ਸਰਬ ਸਾਂਝਾ ਉਪਦੇਸ਼ ਦੇ ਕੇ ਨਵਾਜਿਆ ਗਿਆ ਹੋਵੇ ਵੀ ਤੂੰ ਸੱਚਾ ਹਿੰਦੂ ਬਣਨ ਵਾਸਤੇ ਆਹ ਗੁਣ ਧਾਰਨ ਕਰ,
ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘਟ। ਜਿੱਥੇ ਮੁਸਲਮਾਨ ਨੂੰ ਉਪਦੇਸ਼ ਦਿੱਤਾ ਗਿਆ ਹੋਵੇ ਪੰਜ ਨਵਾਜ਼ਾਂ ਵਕਤ ਪੰਜ, ਪੰਜਾਂ ਪੰਜੇ ਨਾਉ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖੈ ਤਾਂ ਮੁਸਲਮਾਨ ਸਦਾਏ। ਜਿੱਥੇ ਜੋਗੀ ਨੂੰ ਦੱਸਿਆ ਹੋਵੇ ਅੰਜਨ ਮਾਏ ਨਿਰੰਜਨ ਰਹੀਐ, ਜੋਗ ਜੁਗ ਤਿਵ ਪਾਈਐ, ਉਹ ਪੋਥੀ ਪਰਮੇਸ਼ਰ ਕਾ ਥਾਨ ਹੈ। ਸਭ ਕਹਿਣ ਲੱਗੇ ਜਿਸ ਪੋਥੀ ਵਿੱਚ ਲਿਖਿਆ ਹੋਵੇ ਕਿ ਪੁਰਸ਼ ਪਰਮਾਤਮਾ ਨੂੰ ਮਿਲ ਸਕਦਾ, ਇਸਤਰੀ ਵਿੱਚ ਆਤਮਾ ਹੀ ਨਹੀਂ ਹੈ, ਇਹਨੂੰ ਮੁਕਤ ਹੋਣ ਲਈ ਪੁਰਸ਼ ਵਾਲਾ ਜਾਮਾ ਧਾਰਨ ਕਰਕੇ ਆਉਣਾ ਪਵੇਗਾ, ਉਹ ਪੋਥੀਆਂ ਪਰਮੇਸ਼ਰ ਕਾ ਥਾਨ ਨਹੀਂ। ਉਹ ਪੋਥੀ ਪਰਮੇਸ਼ਰ ਕਾ ਥਾਨ ਹੈ ਜਿੱਥੇ ਇਹ ਉਪਦੇਸ਼ ਦਿੱਤਾ ਗਿਆ ਹੋਵੇ, ਇਤੇ ਔਰਤ ਮਰਦਾ ਸਾਜੇ, ਇਹ ਸਭ ਰੂਪ ਤੁਮਾਰੇ। ਜਿੱਥੇ ਇਹ ਉਪਦੇਸ਼ ਦਿੱਤਾ ਗਿਆ ਹੋਵੇ ਕਰਮੀ ਆਪੋ ਆਪਣੀ ਕੀ ਨੇੜਾ ਇਹ ਦੂਰ, ਵੀ ਇੱਥੇ ਇਹ ਨਹੀਂ ਵੀ ਔਰਤ ਨੂੰ ਜਾਂ ਪੁਰਸ਼ ਨੂੰ ਜਾਂ ਅਮੀਰ ਜਾਂ ਗਰੀਬ ਨੂੰ ਇੱਥੇ ਕਿਹਾ ਵੀ ਜਿਹਦੇ ਜਿਹੋ ਜੇ ਕਰਮ ਨੇ ਉਹਨੂੰ ਉਹੋ ਜਿਹਾ ਫਲ ਮਿਲਣਾ। ਜੇ ਸੱਚਮੁੱਚ ਅੱਜ ਬੀਬੀ ਅਮਰ ਛਕ ਕੇ ਸਿੱਖੀ ਕਮਾ ਲਵੇ ਤੇ ਉਹਦਾ ਵੀ ਬੇੜਾ ਪਾਰ, ਤੇ ਜੇ ਪਤੀ ਕਵੇ ਵੀ ਉਹ ਸ਼ਰਾਬੀ ਕਵਾਬੀ ਰਵੇ ਤੇ ਉਹਨੂੰ ਉਹਦੇ ਕੀਤੇ ਕਰਮਾਂ ਦੀ ਸਜ਼ਾ ਮਿਲਦੀ। ਇੱਥੇ ਕਰਮੀ ਆਪੋ ਆਪਣੀ ਹੈ, ਜਿਹੜਾ ਪ੍ਰਾਣੀ ਅਮੀਰ ਗਰੀਬ ਔਰਤ ਮਰਦ ਜਿਹੋ ਜਿਹੜਾ ਕਰਮ ਕਰੇਗਾ ਉਹਨੂੰ ਉਹੋ ਜਿਹਾ ਫਲ ਮਿਲਦਾ। ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਗਰੀਬ ਨਵਾਜ ਜੀ ਨੇ ਕਿਹਾ ਜਿਨ੍ਹਾਂ ਪੋਥੀਆਂ ਵਿੱਚ ਲਿਖਿਆ ਰੱਬ ਕੇਵਲ ਦੱਖਣ ਵਿੱਚ ਹੈ, ਉਹ ਪਰਮੇਸ਼ਰ ਕਾ ਥਾਨ ਨਹੀਂ। ਜਿਨ੍ਹਾਂ ਵਿੱਚ ਲਿਖਿਆ ਕੇਵਲ ਪੱਛਮ ਵਿੱਚ ਹੈ, ਉਹ ਪਰਮੇਸ਼ਰ ਦੇ ਮਿਲਣ ਦਾ ਥਾਂ ਨਹੀਂ। ਪੋਥੀ ਉਹ ਪਰਮੇਸ਼ਰ ਕਾ ਥਾਂ ਜਿੱਥੇ ਲਿਖਿਆ ਹੋਵੇਗਾ ਚਤਰ ਦਿਸ਼ਾ ਕੀਨੋਂ ਵੱਲ ਆਪਣਾ ਸਿਰ ਉੱਪਰ ਕਰ ਧਾਰਿਓ, ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸਾਚਾ ਸਿਰਜਣਹਾਰ ਜੀਓ। ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲਾ ਮੁਕਾਮਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮਕਾਮਾ। ਤੇ ਮੇਰੇ ਸਤਿਗੁਰਾਂ ਨੇ ਰੱਬੀ ਹੋਕਾ ਦਿੰਦਿਆਂ ਇਹ ਬਚਨ ਕਹੇ ਸਨ, ਪੋਥੀ ਪਰਮੇਸ਼ਰ ਕਾ ਥਾਨ, ਪੋਥੀ ਪਰਮੇਸ਼ਰ ਕਾ ਥਾਨ। ਸਾਧ ਸੰਗ ਗਾਵੈ ਗੁਣ ਗੋਬਿੰਦ, ਸਾਧ ਸੰਗ ਗਾਵੈ ਗੁਣ ਗੋਬਿੰਦ। ਪੂਰਨ ਬ੍ਰਹਮ ਗਿਆਨ, ਪੋਥੀ ਪਰਮੇਸ਼ਰ ਕਾ ਥਾਨ, ਪਰਮੇਸ਼ਰ ਕਾ ਥਾਨ, ਪੋਥੀ ਪਰਮੇਸ਼ਰ ਕਾ ਥਾਨ। ਸਰਬੱਤ ਸੰਗਤਾਂ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਸਤਿਗੁਰੂ ਜੀ ਰੱਬੀ ਬਾਣੀ ਦਾ ਚਾਨਣ ਸਾਡੇ ਮਨਾਂ ਵਿੱਚ ਵਸਾ ਕੇ ਸਾਡੇ ਅੰਦਰ ਦਾ ਅੰਧਕਾਰ ਦਾ ਹਨੇਰਾ ਦੂਰ ਕਰਨ। ਸ਼ਬਦ ਗੁਰੂ ਦਾ ਪ੍ਰਕਾਸ਼ ਸਾਡੇ ਹਿਰਦਿਆਂ ਵਿੱਚ ਵੀ ਹੋਵੇ ਤਾਂ ਕਿ ਅੰਦਰੋਂ ਅੰਧਕਾਰ ਦਾ ਹਨੇਰਾ ਦੂਰ ਹੋ ਸਕੇ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਗੁਰੂ ਘਰ ਦੇ ਵਜ਼ੀਰ ਸਾਹਿਬਾਨ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਦਾਸ ਨੂੰ ਸਮਾਂ ਦੇ ਕੇ ਨਵਾਜਿਆ। ਫਿਰ ਕਿਤੇ ਸਮਾਂ ਮਿਲਿਆ ਤੇ ਜ਼ਰੂਰ ਆਪ ਸੰਗਤਾਂ ਦੇ ਦਰਸ਼ਨ ਕਰਾਂਗੇ। ਫਿਰ ਇੱਕ ਵਾਰ ਸਾਰਿਆਂ ਦਾ ਦਾਸ ਤਹਿ ਦਿਲ ਤੋਂ ਧੰਨਵਾਦ ਕਰਦਾ ਹੋਇਆ ਇੱਥੇ ਹੀ ਸਮਾਪਤੀ ਕਰਦਾ ਹਾਂ। ਪਿਆਰ ਸਹਿਤ ਸਾਰੇ ਇੱਕ ਵਾਰ ਗੁਰੂ ਫਤਿਹ ਉਚਾਰਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।